ਜਥੇਦਾਰ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ, ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਤੇ ਬਣਦੀਆਂ ਫਿਲਮਾਂ, ਐਨੀਮੇਸ਼ਨ ਫਿਲਮਾਂ ਦੇ ਮਾਮਲਿਆਂ ਬਾਰੇ 2 ਮਈ ਨੂੰ ਇਕੱਠ ਹੋਇਆ। ਜਦੋਂ ਕਿ 1930 ਤੋਂ 40 ਦੇ ਵਿਚਾਲੇ ਸਾਡੀ ਕੌਮ ਇਹਦੇ ਬਾਰੇ ਨਿਰਣਾ ਕਰ ਚੁੱਕੀ ਹੋਈ ਹੈ। ਹੁਣ ਗੜਗੱਜ ਸਾਹਿਬ ਨੇ ਨਵੇਂ ਸਿਰਿਓਂ ਕੀ ਸੱਪ ਕੱਢਣਾ ਜੀ। ਹੁਣ ਤਾਂ ਇਹ ਗੱਲ ਆ ਕਿ ਜੋ ਕਿ ਇਹ ਜੀ ਹਰਕਤ ਕਰੇ, ਜਿਹੜਾ ਸਾਡੇ ਸ਼ਹੀਦਾਂ ਨੂੰ ਜਾਂ ਗੁਰੂ ਸਾਹਿਬਾਨ ਨੂੰ, ਜਿਹੜਾ ਉਦੋਂ ਦਾ ਹੁਕਮ ਸਾਡਾ ਫੈਸਲਾ ਹੋਇਆ ਉਹਦਾ ਜਿਹੜਾ ਉਲੰਘਣਾ ਕਰੇ, ਉਹਦੇ ਖਿਲਾਫ ਕਾਰਵਾਈ ਕਰੀਏ ਪੰਥ। ਹੁਣ ਤਾਂ ਇਹ ਦੌਰ ਆ, ਹੁਣ ਦੁਬਾਰਾ ਕਿਹੜਾ ਡਿਸੀਜਨ ਲੈਣਾ ਜੀ। ਅੱਜ ਦੀ ਦੁਨੀਆ 'ਚ ਹਰੇਕ ਸਿੱਖ ਕੋਲੇ ਸੋਸ਼ਲ ਮੀਡੀਆ ਦਾ ਅਕਾਊਂਟ ਆ ਤੇ ਸੋਸ਼ਲ ਮੀਡੀਆ ਉੱਤੇ ਲੱਖਾਂ ਪੋਸਟਾਂ ਪਈਆਂ ਕਿ ਕਿਉਂ ਸਿੱਖ ਵਿਰੋਧ ਕਰਦੇ। ਜਿਹੜੇ ਢੀਠ ਹੁੰਦੇ ਆ, ਜਿਹੜੇ ਮਾੜੀ ਵਰਤੀ ਵਾਲੇ ਹੁੰਦੇ ਆ, ਉਹ ਦੇਖ ਕੇ ਵੀ ਨਹੀਂ ਮੰਨਦੇ ਹੁੰਦੇ ਵੀ ਸਾਨੂੰ ਤਾਂ ਜੀ ਪਤਾ। ਅਸਲ ਵਿੱਚ ਤਾਂ ਇੱਕ ਇਹੋ ਜਿਹਾ ਕੰਟਰੋਵਰਸ਼ਲ ਮਸਲਾ ਜਿਹਦੇ ਉੱਤੇ ਲੋਕ ਇਸ ਮੌਕੇ ਸੱਦੇ ਜਾ ਸਕਦੇ ਆ ਵੀ ਸਿੱਖ ਵਿਦਵਾਨ ਆਏ ਜੀ, ਉਹਨਾਂ ਨੇ ਜਥੇਦਾਰ ਨੂੰ ਮਾਨਤਾ ਦੇਤੀ। ਇਹ ਮਾਨਤਾ ਲੈਣ ਦੇ ਚੱਕਰਾਂ ਦੇ ਵਿੱਚ ਗੱਲਾਂ, ਜਿਹੜੀ ਪੋਲਰਾਈਜੇਸ਼ਨ ਧਰੁਵੀਕਰਨ ਹੋਇਆ ਸੀ, ਉਹ ਹੁਣ ਬਦਲ ਚੁੱਕਿਆ। ਹੁਣ ਬਾਬੇ ਧੁੰਮੇ ਹੁਣੀ, ਨਾਨਕਸਰੀਏ ਤੇ ਹੋਰ ਸਾਰਿਆਂ ਨੂੰ ਇੱਕ ਤਰੀਕੇ ਨਾਲ ਬਾਬੇ ਬਾਦਲ ਵਾਲੀ ਧਿਰ ਨੇ ਟੱਕਰਤਾ। ਹੁਣ ਗੜਗੱਜ ਦੇ ਰਾਹੀਂ ਧੁੰਮੇ ਹੁਣਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ। ਇਹ ਦੇਖੋ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ, ਜਥੇਦਾਰ ਦੀ ਪੋਸਟ ਨੂੰ ਕਿਵੇਂ ਵਰਤਿਆ ਕਿਵੇਂ ਜਾ ਰਿਹਾ। ਜਿਸ ਤਰੀਕੇ ਨਾਲ ਇਸ ਮੌਕੇ ਸਿਆਸੀ ਤੌਰ ਦੇ ਉੱਤੇ ਫੈਸਲੇ ਕੀਤੇ ਜਾ ਰਹੇ ਨੇ, ਇਹ ਧੁੰਮੇ ਹੁਣਾਂ ਨੂੰ ਦਵੋ ਅਕਲ। ਇਹ ਇੰਨਾ ਟਾਈਮ ਬਾਦਲ ਧਿਰ ਨਾਲ ਰਲ ਕੇ ਨਜ਼ਾਰੇ ਲੈਂਦੇ ਰਹੇ ਆ, ਆਪਦੀ ਮਰਜ਼ੀ ਦੇ ਫੈਸਲੇ ਕਰਾਉਂਦੇ ਰਹੇ ਆ, ਤੇ ਜੇ ਇਹ ਸੂਤ ਨਹੀਂ ਆਉਂਦੇ, ਇਹ ਕਹਿੰਦੇ ਅਸੀਂ ਬੀਜੇਪੀ ਨਾਲ ਚੱਲੇ ਆ, ਲਓ ਫਿਰ ਆਪਾਂ ਉਹਨਾਂ ਨੂੰ ਲਿਆਉਨੇ ਆ ਜਿਨ੍ਹਾਂ ਨਾਲ ਬਾਬੇ ਧੁੰਮੇ ਹੁਣਾਂ ਦੀ ਬਣਦੀ। ਲਓ ਜੀ, ਉਹਨਾਂ ਨੇ ਫਿਰ ਢੱਡਰੀਆਂ ਵਾਲਾ ਲੈ ਆਂਦਾ। ਖਤਰਾ ਇਹ ਨਹੀਂ ਹੈ ਕਿ ਇਹ ਕਾਹਤੋਂ ਆ ਗਈ, ਖਦਸ਼ਾ ਇਹ ਆ ਕਿ ਸਿਆਸੀ ਭਲਵਾਨ ਹੁਣ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਨੂੰ ਵਰਤ ਰਹੇ। ਇਹੀ ਸਭ ਕੁਝ ਪਹਿਲਾਂ ਹੁੰਦਾ ਰਿਹਾ। ਉਦੋਂ ਇੱਕ ਧਿਰ ਆਪਦੇ ਮਫਾਦਾਂ ਲਈ ਅਕਾਲ ਤਖਤ ਸਾਹਿਬ ਨੂੰ ਵਰਤ ਰਹੀ ਸੀ, ਹੁਣ ਦੂਜੀ ਧਿਰ ਵਰਤ ਰਹੀ ਆ। ਹੁਣ ਦੂਜੀ ਧਿਰ ਨੂੰ ਪਲੇਟਫਾਰਮ ਦਿੱਤਾ ਜਾਣਾ। ਗੜਗੱਜ ਸਾਹਿਬ ਕਹਿੰਦੇ ਆ ਧਰਮ ਪ੍ਰਚਾਰ ਦੀ ਲਹਿਰ ਤੇਜ਼ ਕਰਨ ਸਿੱਖ ਜਥੇਬੰਦੀਆਂ, ਤੇ ਢੱਡਰੀਆਂ ਵਾਲਾ ਕਹਿੰਦਾ ਜੀ ਹਾਂ ਜੀ ਈਸਾਈਆਂ ਦਾ ਬਹੁਤ ਵੱਧ ਗਿਆ ਤੇ ਮੈਂ ਆਉਣਾ ਜੀ। ਮਤਲਬ ਇਹ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਢੱਡਰੀਆਂ ਵਾਲੇ ਤੋਂ ਬਗੈਰ ਗੱਲ ਨਹੀਂ ਬਣਦੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਚਰਚਾ ਕਰਦੇ ਸੀਗੇ ਕਿ ਮਜੀਠੀਏ ਨੇ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਤੇ ਦੋਸ਼ ਲਾਏ, ਤੇ ਉਸ ਵੇਲੇ ਤਾਂ ਲੱਗਦਾ ਸੀਗਾ ਵੀ ਐਵੇਂ ਕੋਈ ਸਧਾਰਨ ਜੀ ਗੱਲ ਆ, ਪਰ ਕੱਲ ਤੋਂ ਬਾਅਦ ਵਿੱਚ ਜੋ ਡਿਵੈਲਪਮੈਂਟਸ ਹੋਈਆਂ ਨੇ ਉਹਦੇ ਹਿਸਾਬ ਨਾਲ ਮੁਕੱਦਮਾ ਦਰਜ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ, ਤੇ 2 ਨੌਜਵਾਨ ਜਿਹੜੇ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ। ਤੇ ਮੋਗੇ ਤੋਂ ਆ ਇੱਕ ਨੌਜਵਾਨ, ਇੱਕ ਖੰਨੇ ਤੋਂ ਆ। ਤੇ ਕਿਹਾ ਗਿਆ ਕਿ ਜੀ ਇਸ WhatsApp ਚੈਟ ਦੇ ਰਾਹੀਂ ਜਿਹੜੇ ਸਿਆਸੀ ਆਗੂ ਆ ਉਹਨਾਂ ਨੂੰ ਮਾਰਨ ਦੀਆਂ ਸਕੀਮਾਂ ਬਣਾਈਆਂ ਗਈਆਂ ਨੇ ਜਾਂ ਹੋਰ ਧਮਕੀਆਂ ਦਿੱਤੀਆਂ ਗਈਆਂ ਨੇ। ਇਹ ਜਿਹੜੀ ਸਾਰੀ ਗੱਲਬਾਤ ਆ ਇਹ ਹੁਣ ਬਹੁਤ ਜ਼ਿਆਦਾ ਅਹਿਮ ਜਾਂ ਗੰਭੀਰ ਮਸਲਾ ਬਣ ਚੁੱਕੀ ਆ, ਕਿਉਂਕਿ ਸਿੱਖ ਜਗਤ ਦੇ ਵਿੱਚ ਇਹ ਗੱਲ ਤਾਂ ਆਪਣੇ ਪਹਿਲਾਂ ਹੀ ਆ ਵੀ ਆਏ ਦਿਨ ਇੰਡੀਅਨ ਸਟੇਟ ਸਿਸਟਮ ਦੇ ਵੱਲੋਂ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾਂਦਾ, ਤੇ ਕਈ ਵਾਰ ਇਹੋ ਜਿਹੇ ਘਟਨਾਕ੍ਰਮ ਵੀ ਸਾਡੇ ਸਾਹਮਣੇ ਵਾਪਰਦੇ ਆ ਜਿਹੜੇ ਜਦੋਂ ਪਹਿਲਾ ਝਟਕਾ ਪਹਿਲਾਂ ਦੇਖਦੇ ਆ ਉਦੋਂ ਕੁਝ ਹੋਰ ਲੱਗਦਾ, ਵਕਤ ਬੀਤਣ ਤੋਂ ਬਾਅਦ ਬੰਦੇ ਨੂੰ ਲੱਗਦਾ ਕਿ ਜਿਹੜੀ ਗੱਲ ਉਸ ਦਿਨ ਅਸੀਂ ਸੋਚ ਰਹੇ ਸੀ ਉਹ ਹੋਰ ਆ ਤੇ ਅਸਲੀਅਤ ਕੁਝ ਹੋਰ ਨਿਕਲੀ। ਸੋ ਇਸ ਵਰਤਾਰੇ ਬਾਰੇ ਜਦੋਂ ਆਪਾਂ ਦੇਖ ਰਹੇ ਹਾਂ ਕਿ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ 600 ਦੇ ਕਰੀਬ ਇਸ WhatsApp ਗਰੁੱਪ ਦੇ ਵਿੱਚ ਮੈਂਬਰ ਦੱਸੇ ਗਏ ਨੇ, ਉਹਨਾਂ ਵਿੱਚੋਂ ਜਿਹੜੇ ਮੈਂਬਰ ਪੰਜਾਬ 'ਚ ਜਾਂ ਇੰਡੀਆ 'ਚ ਹੋਣਗੇ ਉਹਨਾਂ ਸਾਰਿਆਂ ਨੇ ਚਾਹੇ ਕੁਝ ਲਿਖਿਆ ਚਾਹੇ ਨਹੀਂ, ਕਿਉਂਕਿ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਉਸ ਦਿਨ ਕੁਝ ਨਹੀਂ ਸਰਗਰਮੀ ਕੀਤੀ ਹੋਣੀ ਪਰ ਉਹ WhatsApp ਗਰੁੱਪ ਦਾ ਹਿੱਸਾ ਨੇ। ਉਹ ਇੱਕ ਤਰੀਕੇ ਨਾਲ ਬਹੁਤ ਵੱਡਾ ਦਹਿਸ਼ਤ ਦਾ ਮਾਹੌਲ ਜਿਹੜਾ ਹੈਗਾ ਉਹ ਇਸ ਗੱਲ ਦੇ ਬਹਾਨੇ ਸਟੇਟ ਨੇ ਸਿਰਜ ਲਿਆ ਹੈ। ਖੈਰ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਲੀ ਗੱਲ ਹੈ, ਪਰ ਇਹਦੇ ਉੱਤੇ ਚਰਚਾ ਕਰਨ ਵੇਲੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਖਬਰ ਦੇ ਹਿਸਾਬ ਨਾਲ ਅਹਿਮ ਨੇ
ਭਾਵੇਂ ਵਕਤ ਬੀਤਣ ਤੋਂ ਬਾਅਦ ਉਹਨਾਂ ਗੱਲਾਂ ਦੀ ਅਹਿਮੀਅਤ ਉਹੋ ਜਿਹੀ ਨਾ ਲੱਗੇ ਜਿਹੋ ਜਿਹੀ ਅੱਜ ਲੱਗਦੀ। ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਹ AI ਨਾਲ ਬਣਾਈ ਹੋਈ ਚੈਟਿੰਗ, AI ਨਾਲ ਬਣਾਈ ਹੋਈ ਵੀਡੀਓ ਜਿਹੜੀ ਉਹ ਆਡੀਓ ਵਾ, ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਕਿਸੇ ਹੋਰ ਆਪਣੇ ਮਿੱਤਰ ਪਿਆਰੇ ਨਾਲ ਗੱਲਬਾਤ ਕਰਦੇ ਦਿਖਾਏ ਹੋਏ। ਹੁਣ ਉਹ ਸੱਚਾਈ ਆ ਜਾਂ ਝੂਠੀ ਆ, ਇਹ ਤਾਂ ਜਾਂ ਤਾਂ ਭਾਈ ਅਮਰਤਪਾਲ ਸਿੰਘ ਜਾਣਦੇ ਆ ਜਾਂ ਉਹ ਬੰਦਾ ਜਾਣਦਾ ਜਿਹਦੇ ਨਾਲ ਇਹ ਗੱਲਬਾਤ ਹੋਈ ਆ, ਕਿਉਂਕਿ ਦੋ ਬੰਦਿਆਂ ਦੀ ਉਹ ਗੱਲਬਾਤ। ਪਰ ਇਸ ਮੌਕੇ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਧਿਰ ਵਾ, ਉਹਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਹੜੇ WhatsApp ਗਰੁੱਪ ਵਾਲੇ, ਜੇ ਕੋਈ ਹੈ, ਸਾਡਾ ਇਹੋ ਜਿਹਾ ਕੋਈ ਮਾਰ ਮਰੀਏ ਵਾਲਾ ਹਿੰਸਾ ਵਾਲਾ ਪ੍ਰੋਗਰਾਮ ਨਾ ਸੀ ਨਾ ਹੈ। ਅਸੀਂ ਤਾਂ ਆਪਦੇ ਸਿਸਟਮ ਦੇ ਹਿਸਾਬ ਨਾਲ ਗੱਲ ਜਿਹੜੀ ਹੈਗੀ ਆ ਕਰ ਰਹੇ ਹਾਂ। ਤੇ ਜਦੋਂ ਭਾਈ ਅਮਰਤਪਾਲ ਸਿੰਘ MP ਬਣ ਚੁੱਕੇ ਆ, ਨਾਲ ਇੱਕ ਹੋਰ MP ਸਰਬਜੀਤ ਸਿੰਘ ਆ, ਸਾਡੀ ਧਿਰ ਕੋਲੇ 2 MP ਆ। ਤੇ ਜਦੋਂ ਸਾਡਾ ਇਸ ਮੌਕੇ ਪੂਰਾ ਵਧੀਆ ਸਿਸਟਮ ਠੀਕ ਆ, ਲੋਕਾਂ ਦੀ ਹਮਾਇਤ ਸਾਡੇ ਨਾਲ ਆ, ਤੇ ਦਿਨੋਂ ਦਿਨ ਹੋਰ ਹਮਾਇਤ ਵੱਧ ਰਹੀ ਹੈ। ਜਦੋਂ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਇੱਕ ਵਾਰੀ ਫੇਰ NSA ਜਦੋਂ ਵਧਾਈ ਗਈ ਤਾਂ ਲੋਕਾਂ ਦੀ ਹੋਰ ਸਾਡੇ ਪ੍ਰਤੀ ਹਮਦਰਦੀ ਵੱਧ ਗਈ ਹੈ। ਲੋਕ ਤਾਂ ਕਹਿੰਦੇ ਜੀ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦਾ CM ਵੀ ਬਣਾ ਸਕਦੇ ਆ ਅਗਲੀਆਂ ਚੋਣਾਂ 'ਚ। ਜਦੋਂ ਇੰਨੀ ਸਾਡੇ ਹੱਕ ਦੇ ਵਿੱਚ ਇੱਕ ਲੋਕਾਂ ਦੀ ਭਾਵਨਾ ਹੈ ਤਾਂ ਅਸੀਂ ਕਿਉਂ ਕੋਈ ਇਹੋ ਜਿਹੀ ਉਹ ਕਹਿੰਦੇ ਗੱਲ ਕਰਾਂਗੇ ਜਿਹਦੇ ਨਾਲ ਸਾਡੇ ਖਿਲਾਫ ਮਾਹੌਲ ਬਣੇ। ਅਸੀਂ ਕਿਉਂ ਕੋਈ ਇਹੋ ਜਿਹੀ ਹਰਕਤ ਕਰਾਂਗੇ ਜਿਹਦੇ ਨਾਲ ਸਟੇਟ ਨੂੰ ਸਾਡਾ ਗਲਮਾ ਫੜਨ ਦੇ ਲਈ ਰਾਹ ਖੁੱਲਦਾ ਹੋਵੇ। ਤੇ ਇਸ ਤਰੀਕੇ ਦੀ ਭਾਵਨਾ ਦੇ ਤਹਿਤ ਭਾਈ ਅਮਰਤਪਾਲ ਸਿੰਘ ਦੀ ਧਿਰ ਦੇ ਜਿਹੜੇ ਉਹਨਾਂ ਦੇ ਪਰਿਵਾਰ ਵਾਲੇ, ਉਹਦੇ ਪਿਤਾ ਜੀ ਵੱਲੋਂ ਜਾਂ ਉਹਨਾਂ ਦੇ ਵਕੀਲ ਸਾਹਿਬਾਨ ਦੇ ਵੱਲੋਂ ਜਿਹੜਾ ਪੱਖ ਪੇਸ਼ ਕੀਤਾ ਜਾ ਰਿਹਾ ਹੈ, ਉਹਦੇ ਵਿੱਚ ਮਜੀਠੀਏ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਇਹਨੇ ਇਹ ਗੱਲ ਜਿਹੜੀ ਆ ਕੋਈ ਸਾਜ਼ਿਸ਼ ਦੇ ਤਹਿਤ ਉਭਾਰੀ। ਪਰ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਉਹਦੇ ਬਾਰੇ ਇੱਕ ਨੁਕਤਾ ਜਿਹੜਾ ਹੈਗਾ ਉਹ ਜ਼ਰੂਰ ਧਿਆਨ ਮੰਗਦਾ। ਜਦੋਂ ਪਿਛਲੇ ਆਪਾਂ ਸਾਰੇ ਖਾੜਕੂ ਲਹਿਰ ਦੇ ਉੱਤੇ ਨਜ਼ਰ ਮਾਰਦੇ ਆ ਜਾਂ ਸਿੱਖ ਜਥੇਬੰਦੀਆਂ 'ਚ ਵਿਚਰਦੇ ਆ, ਜਿਹੜਾ ਤਜਰਬਾ ਮੇਰਾ, ਸਟੇਟ ਤੁਹਾਡੀ ਦੁਸ਼ਮਣ ਹੈ। ਸਟੇਟ ਨੇ ਮੰਨ ਲਓ ਤੁਹਾਡੇ ਕਿਸੇ ਬੰਦੇ ਦੇ ਉੱਤੇ ਦੋਸ਼ ਮੜ ਕੇ ਉਹਨੂੰ ਤੁਹਾਡੀ ਨਜ਼ਰ ਦੇ ਵਿੱਚ ਖਲਨਾਇਕ ਬਣਾ ਕੇ ਉਹਨੂੰ ਰਗੜ ਲਿਆ, ਉਸ ਮੌਕੇ ਤਾਂ ਤੁਹਾਡੀ ਉਹਨੂੰ ਸਭ ਤੋਂ ਵੱਧ ਲੋੜ, ਜਿਹੜੇ ਬੰਦੇ ਤੁਹਾਡੇ ਹਮਾਇਤੀ ਨੇ, ਤੁਹਾਡੇ ਸਮਰਥਕ ਨੇ, ਜੇਕਰ ਸਟੇਟ ਕੋਈ ਦੋਸ਼ ਲਾਉਂਦੀ ਹੈ ਤਾਂ ਸਟੇਟ ਦੇ ਖਿਲਾਫ ਡਟਣ ਦੀ ਲੋੜ ਹੈ, ਰਲ ਕੇ ਡਟਣ ਦੀ ਲੋੜ ਆ ਕਿ ਬੰਦੇ ਸਾਡੇ ਆ, ਅਸੀਂ ਇਹਨਾਂ ਦੀ ਪੈਰਵਾਈ ਜਿਹੜੀ ਹੈਗੀ ਆ ਠੋਕ ਵਜਾ ਕੇ ਕਰਾਂਗੇ। ਤੇ ਇਹ ਨਹੀਂ ਕਿ ਅਸੀਂ ਇਹਨਾਂ ਨੂੰ ਇਹਨਾਂ ਦੇ ਹਾਲਾਤ ਉੱਤੇ ਛੱਡ ਦਿਆਂਗੇ, ਅਸੀਂ ਇਹਨਾਂ ਦਾ ਜਿਹੜਾ ਅੰਤ ਤੱਕ ਸਾਥ ਦਿਆਂਗੇ। ਮੈਂ ਇਹ ਗੱਲ ਇਸ ਤਰੀਕੇ ਨਾਲ ਕਹਿਣੀ ਚਾਹੁੰਦਾ ਕਿ ਜਦੋਂ ਅਸੀਂ ਸਿੱਖ ਸੰਘਰਸ਼ ਦੀਆਂ ਜਥੇਬੰਦੀਆਂ ਵਿੱਚ ਵਿਚਰੇ, ਓਵਰਗਰਾਊਂਡ ਤੇ ਅੰਡਰਗਰਾਊਂਡ ਇੱਕ ਐਕਸਪੀਰੀਅੰਸ ਤੁਹਾਨੂੰ ਹਾਸਲ ਹੁੰਦਾ। ਜਦੋਂ ਕਈ ਬੰਦਿਆਂ ਤੋਂ ਜਾਣੇ ਅਣਜਾਣੇ ਕੋਈ ਗਲਤ ਬਿਆਨੀਆਂ ਜਾਂ ਗਲਤ ਕਦਮ ਜਿਹੜੇ ਆ ਉਹ ਪੁੱਟੇ ਜਾ ਸਕਦੇ ਆ, ਕਿਉਂਕਿ ਬੰਦਾ ਕੋਈ ਖੁਦਾ ਨਹੀਂ ਹੁੰਦਾ, ਬੰਦਾ ਹੀ ਹੁੰਦਾ, ਉਹਦੇ ਤੋਂ ਗਲਤੀਆਂ ਹੋ ਜਾਂਦੀਆਂ। ਮੰਨ ਲਓ ਕਿਸੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀ ਦੇ ਕਿਸੇ ਕਾਰਕੁਨ ਤੋਂ ਕੁਝ ਇਹੋ ਜਿਹਾ ਕਾਰ ਹੋ ਗਿਆ ਜਿਹੜਾ ਉਹਨੂੰ ਕਾਨੂੰਨ ਦੀ ਜੱਦ ਵਿੱਚ ਵੀ ਲਿਆਇਆ ਤੇ ਉਹਦੀ ਜਥੇਬੰਦੀ ਨੂੰ ਜਾਂ ਕੌਮ ਨੂੰ ਵੀ ਉਹ ਚੀਜ਼ ਗਲਤ ਲੱਗਦੀ। ਉਸ ਮੌਕੇ ਜਦੋਂ ਸਟੇਟ ਉਸ ਗੱਲ ਦੇ ਬਹਾਨੇ ਉਸ ਕਾਰਕੁਨ ਨੂੰ ਦਰੜ ਰਹੀ ਹੋਵੇ ਕਿ ਮਸਾਂ ਅੜ ਕੇ ਆਇਆ, ਉਸ ਮੌਕੇ ਉਹਦੀ ਜਥੇਬੰਦੀ ਨੂੰ ਇਹ ਨਹੀਂ ਜੱਚਦਾ ਕਿ ਉਹ ਕਵੇ ਕਿ ਠੀਕ ਆ ਜੀ, ਤੁਸੀਂ ਜੋ ਕਰਨਾ ਇਹਦੇ ਨਾਲ ਕਰ ਲਓ, ਕਿਉਂਕਿ ਇਹ ਗੱਲ ਤਾਂ ਸਾਨੂੰ ਵੀ ਨਹੀਂ ਸਹੀ ਲੱਗੀ ਇਹਦੀ। ਤਾਂ ਉਸ ਮੌਕੇ ਇਹਦੇ ਉਲਟ ਸਟੈਂਡ ਲੈਣਾ ਪੈਂਦਾ ਕਿ ਇਹ ਬੰਦਾ ਸਾਡਾ, ਅਸੀਂ ਇਹਦੀ ਪੈਰਵਾਈ ਕਰਾਂਗੇ, ਜਿਹੜੀ ਇਹਦੀ ਗੱਲ ਗਲਤ ਆ ਅਸੀਂ ਆਪਦੇ ਤੌਰ ਤੇ ਇਹਨੂੰ ਬਖਸ਼ਾਂਗੇ ਨਹੀਂ।
ਅਸੀਂ ਇਹਨੂੰ ਪੂਰਾ ਇਸ ਗੱਲ ਦਾ ਜਿਹੜਾ ਸਜ਼ਾ ਆ ਉਹ ਦੇਵਾਂਗੇ ਤੇ ਅਸੀਂ ਆਪਦੀ ਤਹਿਕੀਕਾਤ ਵੀ ਕਰਾਂਗੇ, ਪਰ ਅਸੀਂ ਇਹ ਨਹੀਂ ਕਿ ਦੁਸ਼ਮਣ ਦੇ ਹਵਾਲੇ ਕਰ ਦਈਏ ਆਪਦਾ ਬੰਦਾ। ਜਿਵੇਂ ਬੀਤੇ ਦੌਰ ਦੇ ਵਿੱਚ ਇਹੋ ਜਿਹੀਆਂ ਇੱਕ ਦੋ ਨਹੀਂ ਬੇਸ਼ੁਮਾਰ ਇਹੋ ਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਕਰਕੇ ਗੱਲ ਨੂੰ ਆਪਾਂ ਹੋਰ ਹੀ ਨਾ ਪਾਸੇ ਤੋਰ ਲਈਏ, ਪਰ ਮੋਟੀ ਜੀ ਮੇਰੀ ਭਾਵਨਾ ਇਹ ਆ ਕਿ ਇਸ ਮੌਕੇ ਇੱਕ ਤਾਂ ਗੱਲ ਸਪਸ਼ਟ ਹੀ ਆ ਨਾ ਕਿ ਭਾਈ ਅਮਰਤਪਾਲ ਸਿੰਘ ਦੀ ਧਿਰ ਨੂੰ ਸਟੇਟ ਨੇ ਜਾਂ ਉਹਨਾਂ ਦੇ ਬਹੁਤ ਸਾਰੇ ਜਿਹੜੇ ਸ਼ਰੀਕ ਨੇ ਉਹਨਾਂ ਨੇ ਨਿਸ਼ਾਨਾ ਬਣਾਇਆ ਹੋਇਆ। ਤੇ ਹੁਣ ਜਦੋਂ ਉਹਨਾਂ ਦੇ ਇੱਕ ਇੱਕ ਹਿੱਸੇ ਨੂੰ ਇਸ ਤਰੀਕੇ ਨਾਲ ਗੜਬੜਾਂ ਦੇ ਬਹਾਨੇ ਸਟੇਟ ਟਾਰਗੇਟ ਕਰ ਰਹੀ ਹੋਵੇ, ਸ਼ਰੀਕ ਦੁਸ਼ਮਣ ਜਿਹੜੇ ਆ ਉਹ ਘੇਰ ਰਹੇ ਹੋਣ, ਤਾਂ ਇਹੋ ਜਿਹੀ ਸਟੇਟਮੈਂਟ ਦੇਣ ਤੋਂ, ਇਹੋ ਜਿਹਾ ਪ੍ਰਭਾਵ ਦੇਣ ਤੋਂ ਗਰੇਸ ਕਰਨਾ ਚਾਹੀਦਾ, ਜਿਹਦੇ ਨਾਲ ਉਹ ਜਿਹੜਾ ਬੰਦਾ ਤੁਹਾਡੇ ਲਈ ਪੰਗਾ ਲੈ ਕੇ ਇਸ ਹਾਲਤ 'ਚ ਪਹੁੰਚ ਗਿਆ ਉਹ ਪਦਜਨ ਹੋ ਜਾਵੇ, ਉਹ ਕਵੇ ਕਿ ਲੈ ਮੇਰੇ ਨਾਲ ਖੜੇ ਨਹੀਂ। ਸੋ ਮੀਡੀਆ ਦੇ ਵਿੱਚ ਜਿਸ ਤਰੀਕੇ ਨਾਲ ਭਾਈ ਅਮਰਤਪਾਲ ਸਿੰਘ ਦੇ ਵਕੀਲ ਨੇ ਤੇ ਉਹਨਾਂ ਦੇ ਪਰਿਵਾਰ ਨੇ, ਉਹਨਾਂ ਦੀ ਜਥੇਬੰਦੀ ਨੇ ਸਟੈਂਡ ਲਿਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਸਾਰੀ ਜਿਹੜੀ ਹੈਗੀ ਆ ਪਰਖ ਉਹ ਹੋਣੀ ਆ ਤੇ ਦੂਜੀ ਧਿਰ ਦੀ ਵੀ ਪਰਖ ਹੋਣੀ। ਪਰ ਇੱਕ ਤੀਜੀ ਜਿਹੜੀ ਆਮ ਜਨਤਾ ਦੀ ਰਾਏ ਆ, ਕਿਉਂਕਿ ਕਿਸੇ ਨੂੰ ਵੀ ਇਹ ਇਸ ਵੇਲੇ ਹੱਕ ਨਹੀਂ ਹੈਗਾ ਕਿ ਉਹ ਕਵੇ ਕਿ ਜੋ ਕੁਝ ਪਰੋਸਿਆ ਗਿਆ ਉਹ ਬਿਲਕੁਲ 100% ਸੱਚ ਵਾ, ਜਿੰਨਾ ਟਾਈਮ ਅਦਾਲਤੀ ਪ੍ਰਕਿਰਿਆ ਰਾਹੀਂ ਜਾਂ ਹੋਰ ਕਿਸੇ ਕਾਰਨ ਰਾਹੀਂ ਪੂਰੀ ਗੱਲ ਸਪਸ਼ਟ ਨਹੀਂ ਹੋ ਜਾਂਦੀ। ਤੇ ਇਹ ਵੀ ਗੱਲ ਕੋਈ ਜੱਚਦੀ ਨਹੀਂ ਹੈਗੀ ਕਿ ਸਾਰੀ ਗੱਲ ਨੂੰ ਇੱਕ ਸਕਿੰਟ 'ਚ ਝੂਠ ਕਹਿ ਦਿੱਤਾ ਜਾਵੇ। ਇਸ ਗੱਲ ਦੇ ਉੱਤੇ ਬਹੁਤ ਸਾਰੇ ਸੱਜਣਾਂ ਨੇ ਇਹ ਵੀ ਕਿਹਾ ਕਿ ਮਜੀਠੀਏ ਉੱਤੇ ਮਾਣਹਾਨੀ ਦਾ ਦਾਅਵਾ ਕਰ ਦੋ, ਕਿਸੇ ਨੇ ਕਿਹਾ ਜੀ ਫੋਰੈਂਸਿਕ ਜਾਂਚ ਮੰਗ ਲਓ। ਇਹ ਸਾਰੀਆਂ ਗੱਲਾਂ ਕਰਨ ਵਾਲੇ ਬੰਦੇ ਕੋਈ ਦੋਖੀ ਜਾਂ ਵਿਰੋਧੀ ਨਹੀਂ ਹੈਗੇ। ਉਹਨਾਂ ਦਾ ਕਹਿਣ ਤੋਂ ਭਾਵ ਤਾਂ ਇਹੀ ਹੈ ਨਾ ਕਿ ਅਸੀਂ ਇਸ ਗੱਲ 'ਚ ਯਕੀਨ ਕਰਦੇ ਹਾਂ ਕਿ ਇਹ ਫੇਕ ਆ, ਪਰ ਇਹਦਾ ਆਪਣੇ ਕੋਲੇ ਕੋਈ ਸਰਟੀਫਿਕੇਸ਼ਨ ਜੇ ਹੋਵੇ ਤਾਂ ਆਪਣਾ ਪੱਖ ਹੋਰ ਵੀ ਮਜ਼ਬੂਤ ਹੋ ਸਕਦਾ। ਹੁਣ ਪਿਛਲੇ ਦਿਨੀ ਜਦੋਂ ਇਹ NSA ਵਧਾਈ ਗਈ ਹੈ, ਸਰਦਾਰ ਕਰਮਜੀਤ ਸਿੰਘ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜੇ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ 'ਚ ਪੰਥਕ ਗਲਿਆਰਿਆਂ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰੇ ਜਾਂਦੇ, ਉਹਨਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਲਿਖਤ ਲਿਖੀ ਸੀ ਜਿਹਦੇ ਵਿੱਚ NSA ਵਧਾਉਣ ਤੋਂ ਬਾਅਦ ਆਪਦਾ ਨਜ਼ਰੀਆ ਜਿਹੜਾ ਹੈਗਾ ਉਹਨੂੰ ਬਿਆਨ ਕੀਤਾ ਸੀ। ਉਹਦੇ ਵਿੱਚ ਹੈ ਤਾਂ ਲੰਬਾ ਚੌੜਾ ਲੇਖ ਆ, ਪਰ ਇੱਕ ਗੱਲ ਜਿਹੜੀ ਆ ਉਹਨਾਂ ਨੇ ਲਿਖੀ ਸੀ ਕਿ ਭਾਈ ਜਿਹੜਾ ਇਸ ਮੌਕੇ ਪੰਜਾਬ ਆ ਉਹ ਅਮਰਤਪਾਲ ਸਿੰਘ ਆ ਤੇ ਅਮਰਤਪਾਲ ਸਿੰਘ ਹੀ ਪੰਜਾਬ ਆ। ਇਹ ਉਹਨਾਂ ਦੇ ਸ਼ਬਦ ਨੇ। ਇਸੇ ਤਰੀਕੇ ਨਾਲ ਪਿਛਲੇ ਦਿਨੀ ਭਾਈ ਅਜਮੇਰ ਸਿੰਘ ਨੇ ਵੀ ਕੁਝ ਵਿਚਾਰ ਜਿਹੜੇ ਆ ਪ੍ਰਗਟਾਏ ਸੀ। ਹੋਰ ਬਹੁਤ ਸਾਰੀਆਂ ਸਿੱਖ ਧਿਰਾਂ ਧੜੇ ਜਥੇਬੰਦੀਆਂ ਜਿਹੜੀਆਂ ਨੇ, ਇਹ ਵੀ ਗੱਲ ਵਾ ਕਿ ਇਹੋ ਹੀ ਆਗੂ ਜਾਂ ਸ਼ਖਸੀਅਤਾਂ ਜਾਂ ਜਥੇਬੰਦੀਆਂ ਨੂੰ ਜਦੋਂ ਕੋਈ ਗੱਲ ਭਾਈ ਅਮਰਤਪਾਲ ਸਿੰਘ ਦੀ ਧਿਰ ਦੀ ਜਾਂ ਕਿਸੇ ਖਾਸ ਸ਼ਖਸੀਅਤ ਦੀ ਪਸੰਦ ਨਾ ਆਵੇ, ਜਚੇ ਨਾ, ਉਹਦੀ ਆਲੋਚਨਾ ਵੀ ਕਰਦੇ ਆ, ਸਵਾਲ ਵੀ ਖੜਾ ਕਰਦੇ ਆ। ਪਰ ਜਿਹੜੀ NSA ਵਧੀ ਆ ਉਹਦੇ ਤੇ ਤਾਂ ਸਾਰੀ ਤਕਰੀਬਨ ਕੌਮ ਦੇ ਵਿੱਚ ਹੀ ਜਿਨ੍ਹਾਂ ਦੇ ਭਾਈ ਅਮਰਤਪਾਲ ਸਿੰਘ ਨਾਲ ਵਿਚਾਰਕ ਮਤਭੇਦ ਹੈਗੇ ਆ, ਇਹ ਕੋਈ ਬਹੁਤ ਵੱਡਾ ਗੁਨਾਹ ਨਹੀਂ ਹੈ। ਜੇ ਕੋਈ ਕਵੇ ਕਿ ਐ ਕਿਵੇਂ ਹੋ ਸਕਦਾ ਜੀ ਕਿ ਸਾਰੀ ਕੌਮ ਜਿਹੜੀ ਆ ਉਹ ਇੱਕੋ ਗਲੀ ਲੰਘਣੀ ਚਾਹੀਦੀ ਆ, ਏਦਾਂ ਕੌਮਾਂ 'ਚ ਨਹੀਂ ਹੁੰਦਾ, ਆਪਣੇ ਤਾਂ ਬਿਲਕੁਲ ਨਹੀਂ ਹੁੰਦਾ। ਉਹ ਜਿਹੜੇ ਲੋਕਾਂ ਨੂੰ ਇਉਂ ਲੱਗਦਾ ਬਈ ਸਾਰੀ ਸਿੱਖ ਕੌਮ ਜਿਹੜੀ ਆ ਉਹ ਭਾਈ ਅਮਰਤਪਾਲ ਸਿੰਘ ਦੇ ਮਗਰ ਖੜ ਜਾਵੇ ਤਾਂ ਏਦਾਂ, ਇਹ ਗੱਲ ਤਾਂ ਬੜੀ ਔਖੀ ਆ, ਨਾਮੁਮਕਿਨ ਜੀ ਵਾਲੀ ਗੱਲ ਆ। ਤੇ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਜੇ ਕੋਈ ਕ੍ਰਿਟਿਸਿਜ਼ਮ ਕਰਦਾ, ਇਹ ਵੀ ਕੋਈ ਅਲੋਕਾਰ ਗੱਲ ਨਹੀਂ। ਪਰ ਕਈ ਵਿਚਾਰੇ ਮਾਨਸਿਕ ਰੋਗੀ ਆ, ਉਹਨਾਂ ਨੂੰ ਬੜਾ ਅਜੀਬ ਜਿਹਾ ਲੱਗਦਾ ਜਦੋਂ ਤਾਂ ਕੋਈ ਗੱਲ ਉਹਨਾਂ ਦੇ ਹੱਕ 'ਚ ਕਹਿ ਦੇਵੇ ਕੋਈ ਬੰਦਾ, ਉਦੋਂ ਕਹਿੰਦੇ ਆ ਦੇਖਿਆ ਹੁਣ ਇਹਨਾਂ ਨੂੰ ਚਾਅ ਚੜ ਗਿਆ, ਇਹ ਭਾਈ ਅਮਰਤਪਾਲ ਸਿੰਘ ਦੇ ਹੁਣ ਜਿਹੜੇ ਹੈਗੇ ਆ ਉਹ ਬਣ ਗਏ ਆ, ਭਗਤ ਬਣ ਗਏ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ। ਜੇਕਰ ਕੋਈ ਕ੍ਰਿਟਿਸਿਜ਼ਮ ਕਰ ਦਿੰਦੇ ਆ, ਕਹਿੰਦੇ ਜੀ ਉਹਦੇ ਖਿਲਾਫ ਹੋ ਗਿਆ, ਇਹਨੂੰ ਗਾਲਾਂ ਕੱਢੋ, ਇਹਨੂੰ ਘੇਰ ਲਓ,
तो इस तरीके ਦੇ ਵਿਚਾਰੇ ਲੋਕਾਂ ਦਾ ਤਾਂ ਕੋਈ ਹੈ ਨਹੀਂਗਾ ਨਾ ਇਲਾਜ। ਕਿਸੇ ਵੀ ਬੰਦੇ ਨੂੰ ਹੱਕ ਬਾਬ ਦੀ ਰਾਏ ਦੇਣ ਦਾ, ਕੋਈ ਕਿਸੇ ਗੱਲ 'ਚ ਹੱਕ 'ਚ ਹੋ ਸਕਦਾ, ਕਿਸੇ ਗੱਲ 'ਚ ਖਿਲਾਫ ਹੋ ਸਕਦਾ। ਤੇ ਨਾ ਤਾਂ ਭਾਈ ਅਮਰਤਪਾਲ ਸਿੰਘ ਕੋਈ ਐਂਟੀ ਪੰਥਕ ਜਿਹੜਾ ਹੈਗਾ ਦੁਸ਼ਮਣ ਆ ਕੌਮ ਦਾ, ਉਹਦੇ ਕਿਸੇ ਗੱਲ ਦੇ ਉੱਤੇ ਸਹਿਮਤ ਹੋਣਾ, ਕਿਸੇ ਗੱਲ ਤੇ ਅਸਹਿਮਤ ਹੋਣਾ ਸਿੱਖਾਂ ਦਾ ਹੱਕ ਆ ਜੀ। ਤੋ ਇਸ ਤਰੀਕੇ ਨਾਲ ਕਿਸੇ ਗੱਲ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਵੀ ਇਹੀ ਪੰਥ ਜਾਂਦਾ। ਹੁਣ ਜਿਹੜਾ ਮਜੀਠੀਆ, ਇਹ ਵੀ ਇਹਨੇ ਵੀ ਇਹ ਗੱਲ ਕਹਿਤੀ ਵੀ NSA ਵਧਾਉਣ ਦੇ ਤਾਂ ਅਸੀਂ ਸਾਰੇ ਜਿਹੜਾ ਹੈਗਾ ਖਿਲਾਫ, ਪਰ ਆਹ ਗੱਲ ਦੇ ਉੱਤੇ ਅਸੀਂ ਉਹਦੇ ਜਿਹੜਾ ਹੈਗਾ ਦੁਖੀ ਆ ਉਹਦੇ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇੱਕ FIR ਦਰਜ ਕਰਨ ਕਰਕੇ ਖੇਡ ਖੇਡੀ ਜਾ ਰਹੀ ਹੈ, ਉਸ ਮੌਕੇ ਇੱਕ ਗੱਲ ਬੜੇ ਧਿਆਨ ਮੰਗਦੀ, ਜਿਹੜੀ ਇਹ WhatsApp ਚੈਟ ਆ ਤੇ ਜਿਹੜੀ ਉਹ ਰਿਕਾਰਡਿੰਗ, ਦੋਨਾਂ ਦੇ ਵਿੱਚ ਇੱਕ ਤੱਥ ਵਾ ਕਿ WhatsApp ਚੈਟਿੰਗ ਤਾਂ ਭਾਈ ਅਮਰਤਪਾਲ ਸਿੰਘ ਦੀ NSA ਵਧਾਉਣ ਤੋਂ ਬਾਅਦ ਵਿੱਚ ਉਹਦੇ ਸਮਰਥਕਾਂ ਵੱਲੋਂ ਆਪਦੇ ਮਨੋਭਾਵ ਪ੍ਰਗਟਾਉਣ ਦੇ ਸੰਬੰਧ ਵਿੱਚ ਕੀਤੀ ਦੱਸੀ ਜਾਂਦੀ। ਕਿਉਂਕਿ ਆਪਾਂ ਕਿਉਂ ਕਹੀਏ ਕਿ ਹਾਂਜੀ ਉਹ ਬਿਲਕੁਲ ਸਹੀ ਗੱਲ ਆ ਜੋ ਉਹਦੇ 'ਚ ਕਿਹਾ, ਸੱਚ ਕਿਹਾ, ਜਦੋਂ ਉਹਨਾਂ ਦੀ ਧਿਰ ਦੇ ਆਪਦੇ ਵਿਚਾਰ ਹੈਗੇ ਆ, ਕੋਰਟ 'ਚ ਮਸਲਾ ਗਿਆ ਹੈ। ਮਤਲਬ ਇਹ ਆ ਕਿ ਇਹ ਹੁਣ ਦੀ ਆ ਹਾਲੀ ਆ ਜਿਹੜੀ ਆਡੀਓ ਰਿਕਾਰਡਿੰਗ ਆ, ਜਿਹੜੀ ਉਹਦੀ ਗੱਲਬਾਤ ਆ ਸਾਰੀ, ਉਹ ਉਦੋਂ ਦੀ ਆ ਜਦੋਂ 2020-21 ਦੇ ਵਿੱਚ, ਅੱਜ ਤੋਂ 4-5 ਸਾਲ ਪਹਿਲਾਂ, ਜੈਪਾਲ ਭੁੱਲਰ ਨਾਂ ਦਾ ਜਿਹੜਾ ਨੌਜਵਾਨ ਸੀ ਜਿਹਦਾ ਕਲਕੱਤੇ 'ਚ ਐਨਕਾਊਂਟਰ ਕੀਤਾ ਗਿਆ। ਉਸ ਤੋਂ ਬਾਅਦ ਵਿੱਚ ਹੋਰ ਬੜਾ ਕੁਝ ਉਹਦੇ ਨਾਲ ਜੁੜਿਆ ਹੋਇਆ ਨਿਕਲਿਆ ਤੇ ਉਸ ਮਾਮਲੇ ਵਿੱਚ ਇੱਕ ਪਹਿਲਾਂ ਇੱਥੇ ਵਾਰਦਾਤ ਜਗਰਾਓਂ ਪੁਲਿਸ ਜ਼ਿਲ੍ਹੇ ਦੇ ਵਿੱਚ ਹੋਈ ਸੀ। ਸੋ ਇਹ ਸਾਰਾ ਘਟਨਾਕ੍ਰਮ ਜਿਹੜਾ ਹੈ ਉਹ ਅੱਜ ਦਾ ਨਹੀਂ ਹੈ, ਉਹ ਪੁਰਾਣਾ, ਤੇ ਉਹ ਰਿਕਾਰਡਿੰਗ ਵੀ ਪੁਰਾਣੀ। ਹੁਣ ਆਪਾਂ ਆ ਜਾਓ ਕਿ ਜਦੋਂ NSA ਵਧਾਈ ਜਾਣ ਤੋਂ ਬਾਅਦ ਲੋਕਾਂ ਦੇ ਵਿੱਚ, ਸਾਰਿਆਂ ਦੇ ਵਿੱਚ ਹੀ, ਜਿਹੜੇ ਉਹਦੇ ਹਮਾਇਤੀ ਜਾਂ ਵਿਰੋਧੀ, ਸਾਰਿਆਂ ਦੇ ਵਿੱਚ ਹੀ ਇਹ ਭਾਵਨਾ ਆਈ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਬਹੁਤ ਜ਼ਿਆਦਾ ਇਨਜਸਟਿਸ ਕੀਤਾ ਜਾ ਰਿਹਾ। ਤੇ ਇਸ ਮੌਕੇ ਜਦੋਂ ਕਿ ਜਿਹੜੀ ਗੱਲ ਭਾਈ ਅਮਰਤਪਾਲ ਸਿੰਘ ਦੇ ਬਾਰੇ ਕਹੀ ਗਈ ਕਿ ਜੀ ਉਹ ਤਾਂ ਉੱਥੇ ਆਹ ਕਰਦਾ, ਉਹ ਕਰਦਾ, ਉਹ ਆਪਾਂ ਵੀ ਪਿਛਲੇ ਦਿਨ ਕਹੀ ਸੀ ਉਹਦੀ ਕਰਤਾਰਕੁਸ਼ੀ ਕੀਤੀ ਜਾ ਰਹੀ ਹੈ। ਭਾਵੇਂ ਅਸੀਂ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੀ ਆਲੋਚਨਾ ਵੀ ਕਰਦੇ ਰਹੇ ਹਾਂ, ਪਰ ਜਿੱਥੇ ਗਲਤ ਗੱਲ ਉਹਦੇ ਬਾਰੇ ਅਸੀਂ ਉਹ ਵੀ ਕਹਿੰਦੇ ਹਾਂ। ਹੁਣ ਇਹ ਜਿਹੜਾ ਮਾਹੌਲ ਬਣ ਰਿਹਾ ਉਹਦੇ ਹੱਕ 'ਚ, ਉਹਨੂੰ ਤਾਰਪੀਡੋ ਕਰਨ ਲਈ, ਉਹਨੂੰ ਟਾਰਗੇਟ ਕਰਨ ਲਈ ਆ ਦੋ ਚੀਜ਼ਾਂ ਬੜੀਆਂ ਕਾਰਆਮਦ ਸਾਬਤ ਹੋਈਆਂ, WhatsApp ਚੈਟ ਤੇ ਆਹ 4-5 ਸਾਲ ਪੁਰਾਣੀ ਰਿਕਾਰਡਿੰਗ। ਜੇਕਰ ਇਹੀ ਰਿਕਾਰਡਿੰਗ 4-5 ਸਾਲ ਪਹਿਲਾਂ ਜਨਤਕ ਹੋ ਚੁੱਕੀ ਹੁੰਦੀ ਤਾਂ ਜਿਹੋ ਜਿਹਾ ਅੱਜ ਅਸਰ ਇਸ ਮਾਹੌਲ ਵਿੱਚ ਇਹਦਾ ਹੋ ਰਿਹਾ ਉਹ ਨਹੀਂ ਸੀ ਹੋਣਾ। ਉਦੋਂ ਹੋਰ ਤਰੀਕੇ ਦਾ ਮਾਹੌਲ ਹੋਣਾ ਸੀ। ਉਸ ਤਰੀਕੇ ਨਾਲ ਇਹ ਹੁਣ ਜਦੋਂ ਇੱਕ NSA ਵਧਣ ਤੋਂ ਬਾਅਦ ਲੋਕਾਂ ਨੇ ਇਹ ਚੈਟਿੰਗ ਦੇਖੀ ਕਿ ਜੀ ਉਹਦੇ ਸਮਰਥਕ ਕਹਿੰਦੇ ਨੇ ਕਿ ਅਸੀਂ ਐਂ ਕਰ ਦਿਆਂਗੇ, ਉਹ ਕਰ ਦਿਆਂਗੇ, ਤੇ ਨਾਲ ਆ ਜਿਹੜੀ ਆ ਗਈ ਜਿਹਦੇ ਵਿੱਚ ਲੋਕਾਂ ਨੂੰ ਜਚਾਇਆ ਜਾ ਰਿਹਾ ਵੀ ਦੇਖੋ ਜੀ ਜਿਹੜਾ ਅਮਰਤਪਾਲ ਸਿੰਘ ਆ ਉਹਦਾ ਜੈਪਾਲ ਭੁੱਲਰ ਨਾਲ ਲਿੰਕ ਆ ਜੀ, ਉਹ ਤਾਂ ਇਹ ਉਹ ਕਾਫੀ ਉਹਦੇ ਮਾੜੀਆਂ ਚੰਗੀਆਂ ਗੱਲਾਂ ਨੇ, ਚਲੋ ਉਸ ਗੱਲ 'ਚ ਆਪਾਂ ਕਾਹਨੂੰ ਪੈਣਾ। ਇਹ ਸਾਰੀ ਗੱਲ ਦਾ ਪ੍ਰਭਾਵ ਜਿਹੜਾ ਹੈਗਾ ਦੇਣ ਦਾ ਯਤਨ ਆ। ਉਹਦੀ ਟਾਈਮਿੰਗ ਦੇਖੋ ਵੀ NSA ਵਧਣ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਉਹਦੀ ਹਮਾਇਤ 'ਚ ਵਾਧਾ ਹੋਇਆ, ਉਹਨੂੰ ਟਾਰਗੇਟ ਕਰਕੇ ਇਹ ਚੀਜ਼ ਨੂੰ ਵਰਤਿਆ ਜਾ ਰਿਹਾ। ਹੁਣ ਇਸ ਮੌਕੇ ਜਿਵੇਂ ਕ੍ਰੈਕਡਾਊਨ ਹੋਇਆ ਸੀ, ਉਦੋਂ ਬਾਅਦ ਨੌਜਵਾਨਾਂ ਦੇ ਘਰਾਂ 'ਚ ਛਾਪੇਮਾਰੀ ਹੋਈ ਸੀ, ਉਵੇਂ ਦੀ ਸੰਭਾਵਨਾ ਪੂਰੀ ਬਣੀ ਹੋਈ ਹੈ। ਬਹੁਤ ਸਾਰੇ ਘਰਾਂ 'ਚ ਪੁਲਿਸ ਜਾ ਰਹੀ ਹੈ, ਨੌਜਵਾਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ WhatsApp ਗਰੁੱਪ ਦੇ ਵਿੱਚ ਜਿਨ੍ਹਾਂ ਦੇ 9 ਨੰਬਰ, ਇੱਕ ਤਰੀਕੇ ਨਾਲ ਜੇ ਆਪਾਂ ਸੋਚੀਏ ਵੀ ਜਿਹੜੇ ਲੋਕ ਭਾਈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਬੇਬਾਕ ਹੋ ਕੇ ਆਪਦੀ ਗੱਲਬਾਤ ਸੋਸ਼ਲ ਮੀਡੀਆ ਤੇ ਕਹਿੰਦੇ ਆ ਰਹੇ ਨੇ, ਉਹਨਾਂ ਸਭ ਨੂੰ ਇੱਕ ਤਰੀਕੇ ਨਾਲ ਹੁਣ ਦਹਿਸ਼ਤ ਜ਼ਿਆਦਾ ਕਰਨ ਦੀ ਕਵਾਇਦ ਆ ਜਿਹੜੀ ਸਟੇਟ ਵੱਲੋਂ ਉਹ ਚਲਾਈ ਜਾ ਰਹੀ ਹੈ। ਇਹ ਲੋਕ ਇਹ ਕਹਿਣ ਲੱਗ ਜਾਣ ਕਿ ਛੱਡੋ ਪਰਾਂ, ਐਵੇਂ ਕੋਈ ਗੱਲ ਕਿਸੇ ਹੋਰ ਨੇ ਲਿਖੀ ਹੋਣੀ ਆ, ਜਾਂ ਆਪਣੀ ਕਿਸੇ ਪੋਸਟ ਦੇ ਹੇਠਾਂ ਕਿਸੇ ਨੇ ਕਮੈਂਟ ਕਰਤਾ ਤੇ ਆਪਾਂ ਨੂੰ ਭੁਗਤਣਾ ਪਊ।
तो इस तरीके नाल किहदा फायदा हो रहा? रवायती सियासी पार्टियां दा। हुण असीं बड़े स्पष्ट हाँ कि असीं खालिस्तान की गल करदे ते खालिस्तान के एजेंडे उत्ते डटे हुए बंदे नूं दो पॉइंट बड़े जरूरी ने। एक तो वो कि बहुत सारिया धिरां ने कोई बिल्कुल प्योर मिलीटेंसी वाली धिर वा, कोई ये कहती आ कि असीं हथियार तो नहीं चकने पर खालिस्तान की गल करनी, कोई धिर वो आ जिहड़ी कहती असीं चोणां लड़ांगे ते संविधानक डेमोक्रेटिक सिस्टम के राही इंडियन सिस्टम के राही खालिस्तान की गल नूं अगे वधावांगे। कोई इस तो अगली भी धिर हो सकती है। ये सारिया धिरां नूं आपो अपने तरीके नाल गल करन दा पूरा हक है, पर एक बड़ी बदकिस्मती आ कि कुछ लोग जिहड़े ने वो ये मन के बह जाते ने कि सारे साडे राह ते तुरन। जिवें जेकर कोई खाड़कू खालिस्तानी धिर ये सोचे कि सारे खालिस्तानियां नूं हथियार ही चकने पैणगे, जिहड़ा हथियार नहीं चकदा वो गलत है, तां ये गल ठीक नहीं होवेगी ना। इवें ही जेकर कोई डेमोक्रेटिक तरीके नाल कहे कि मैं जी हथियार भी नहीं चकने ते मैं इंडियन सिस्टम दे विच हिस्सा भी नहीं लेना, ते पर जिहड़े लोग वायलेंस मिलीटेंसी जां खाड़कू संघर्ष दे विच हथियारबंद होकर करदे आ वो भी गलत ने, ते जिहड़े बंदे इंडियन स्टेट सिस्टम दे राही इलैक्शनां लड़ के चोणां लड़दे लड़ाउंदे आ वो भी गलत ने। ते मेरे वाला तरीका ही इकल्ला अपनाओ ते नहीं तां ऐसी तैसी दो, ये भी चीज सही नहीं। ਜਿਹੜੇ ਲੋਕ ਇੰਡੀਅਨ ਸਿਸਟਮ ਦੀਆਂ ਇਲੈਕਸ਼ਨਾਂ ਲੜ ਕੇ ਖਾਲਿਸਤਾਨ ਦੀ ਗੱਲ ਕਰਦੇ ਕਰਾਉਂਦੇ ਆ, ਉਹ ਜੇ ਸੋਚਣ ਕਿ ਨਾ ਖਾੜਕੂ ਲਹਿਰ ਤੇ ਨਾ ਹੀ ਉਹ ਲੋਕ ਜਿਹੜੇ ਚੋਣਾਂ 'ਚ ਹਿੱਸਾ ਨਹੀਂ ਲੈਂਦੇ ਉਹ ਸਾਰੇ 100% ਗਲਤ ਨੇ, ਬਸ ਸਾਡੇ ਮਗਰ ਲੋ। ਇਹ ਚੀਜ਼ ਸਾਨੂੰ ਸਮਝਣੀ ਪਊਗੀ ਕਿ ਇਹ ਵਿਚਾਰ ਵੀ ਸਹੀ ਨਹੀਂ। ਫਿਰ ਵਿਚਾਰ ਸਹੀ ਕਿਹੜਾ? ਸਹੀ ਵਿਚਾਰ ਇਹ ਆ ਜੀ ਕਿ ਹਰ ਇੱਕ ਤਰ੍ਹਾਂ ਦੇ ਫਰੰਟ ਦੇ ਉੱਤੇ ਸਾਨੂੰ ਬੰਦੇ ਚਾਹੀਦੇ। कोई भी फ्रंट खाली नहीं छड्डना चाहिए। हर फ्रंट की अपनी अपनी अहमियत। माड़े बंदे वो नहीं है जिहड़े इन्हां फ्रंटां ते एक्टिव ने। जेकर सिमरनजीत सिंह मान इंडियन स्टेट सिस्टम के राही चोणां लड़ लड़ा के खालिस्तान की गल नूं अगे तोरी रखना चाहुंदा है, कोई माड़ी गल नहीं, ना मान साहब की ते ना उनकी पार्टी। इवें ही जेकर भाई अमरतपाल सिंह इस राह ते होर अगे बैटर करना चाहते हैं तो इस की समस्या? मान साहब भी करते ही ने, कर लें, ये भी कर लें। इवें ही दल खालसा ते भाई दलजीत सिंह वाला ग्रुप वो आपके तरीके नाल एक्टिव ने, किसी को की इतराज हो सकता जी? उन्होंने तरीके नहीं होना चाहिए। जेकर कोई बिल्कुल हाड़कू संघर्ष के तरीके नाल चलण वालियां धिरां ने उन्होंने भी आपका हक वा। समस्या उदों आउंदी आ जिहड़े इन्हां धिरां दे जज्बाती ते कमले समर्थक जदों ओह आपदी करतूत दिखाउंदे। किसी खाड़कू लहर, खाड़कूवाद जां खाड़कू संघर्ष नाल संबंधित जथेबंदी दा कोई इहो जिहा कमला समर्थक जिहड़ा बाकी सारिआं नूं धी भैण दीआं गालां कढे, गंद बके कि तुसीं जी सारे हथियारबंद संघर्ष वाले दे गुण नहीं गाउंदे, वो संघर्ष का फायदा नहीं कर रहा, नुकसान कर रहा। इवें ही जेकर कोई दल खालसा जां दलजीत सिंह ग्रुप वर्गी बिरती वाला बाकियां दी ऐसी तैसी दिंदा फिरे, वो गल गलत है। इवें ही बाकी सारे धिरां दा। हाँ, एक पॉइंट इत्थे बड़ा जरूरी है कि जेकर मान दल दा, अमरतपाल सिंह दा, दलजीत सिंह ग्रुप दा, दल खालसा दा जां खाड़कू धिरां दा कोई सियाणा समर्थक किसी दूजी धिर दे किसी फैसले की आलोचना करदा, क्रिटिसिज्म करदा, पसारू आलोचना करदा ते इस गल नूं सारे सत्कार देणगे, पर जिहड़ा कमला समर्थक है उन्हें फिर नहीं हटना। कमले समर्थक ने फिर कहना ये करदार कुछ ही करते हैं, ये गंद पाउंदे। साडा बंदा तां साडी धिर तां बस सोने रंगी है जी, दुध धोती है, चंद वर्गी आ, बेदार, बस साडी कल्ले जय जयकार करी जो। ये हुंदा नहीं, क्योंकि मनुख की फितरत है कि किसी भी मनुख दे किसी भी धिर दे जिहड़े चंगे पक्ष ने ओहदी बंदा सिफत भी करदा ते जिहड़ी गल कोई उहनूं नहीं पसंद
ਉਹਦੇ ਬਾਰੇ ਅਸਹਿਮਤੀ ਦਰਸਾਉਂਦਾ। ਸੋ ਅਸਹਿਮਤੀ ਦਰਸਾਉਣ ਦਾ ਹੱਕ ਜਿਹੜਾ, ਜਦੋਂ ਅਸੀਂ ਉਹ ਖੋਣ ਬਹਿੰਦੇ ਹਾਂ, ਜਿਹੜੀ ਇਹ ਫਰੀਡਮ ਆ, ਜਿਹੜੀ ਇਹ ਆਜ਼ਾਦੀ ਹੈ, ਜਦੋਂ ਉਹ ਖੋਣ ਬਹਿੰਦੇ ਆ ਤੇ ਉਦੋਂ ਤਾਂ ਆਪਾਂ ਫਿਰ ਖਾਲਿਸਤਾਨ ਦੇ ਮੂਲ ਏਜੰਡੇ ਦੇ, ਕਿਉਂਕਿ ਹਿੰਦੁਸਤਾਨ ਤੋਂ ਸਭ ਤੋਂ ਵੱਡਾ ਇਤਰਾਜ਼ ਤਾਂ ਇਹੀ ਹੈ ਨਾ ਕਿ ਸਾਨੂੰ ਬੋਲਣ ਨਹੀਂ ਦਿੰਦੇ, ਸਾਡਾ ਪੱਖ ਨਹੀਂ ਸੁਣਦੇ। ਤੇ ਫਿਰ ਜੇ ਖਾਲਿਸਤਾਨੀਆਂ ਨੇ ਵੀ ਇਹੀ ਰਾਹ ਫੜਨਾ ਕਿ ਜਿਹੜਾ ਸਾਡੇ ਨਾਲ ਸਹਿਮਤ ਆ ਉਹ ਵਧੀਆ, ਜਿਹੜਾ ਅਸਹਿਮਤੀ ਦਰਸਾਉਂਦਾ ਉਹਦੀ ਐਸੀ ਤੈਸੀ ਉਹਨੂੰ ਗੰਦ ਬਕਾਂਗੇ, ਇਹ ਨਹੀਂ ਕਰਦੇ। ਹੁਣ ਇਸ ਤੋਂ ਅਗਲੀ ਗੱਲ ਕਿ ਸਾਡਾ ਜਿਹੜਾ ਧਰਮ ਆ, ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਜੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਗੁਰੂ ਸਾਹਿਬਾਨ ਨੇ ਖਾਸ ਤੌਰ ਤੇ ਜਿਹੜਾ ਆਪਣੇ ਸਾਰਿਆਂ ਦੇ ਜਿਹਨ ਵਿੱਚ ਪਹਿਲੀ ਪਾਤਸ਼ਾਹੀ ਦਾ ਸਾਰਾ ਆਉਂਦਾ, ਉਹਨਾਂ ਨੇ ਮੱਕੇ ਜਾ ਕੇ ਜਾਂ ਹਰਿਦੁਆਰ ਜਾ ਕੇ ਜਾਂ ਹੋਰਨਾਂ ਬੰਦਿਆਂ ਕੋਲ, ਕੌਡੇ ਵਰਗਿਆਂ ਕੋਲ ਜਾ ਕੇ, ਸੱਜਣ ਵਰਗਿਆਂ ਕੋਲ ਜਾ ਕੇ ਗਲਤ ਨੂੰ ਗਲਤ ਹੀ ਕਿਹਾ। ਅਸਹਿਮਤ ਹੋਣ ਦਾ ਜਿਹੜਾ ਹੱਕ ਵਾ, ਜਿਹੜੀ ਆਜ਼ਾਦੀ ਹੈ, ਉਹਨੂੰ ਮਾਣਦਿਆਂ ਹੋਇਆਂ ਸਭ ਤੋਂ ਵੱਡੇ ਝੰਡੇ ਤਾਂ ਆਪਣੇ ਧਰਮ ਨੇ ਗੱਡੇ। ਉਹ ਬੰਦਾ ਕਿਹੋ ਜਿਹਾ ਸਿੱਖ ਵਾ ਜਿਹੜਾ ਨਾ ਤਾਂ ਸਿੱਖ ਧਰਮ ਦੇ ਅਸੂਲਾਂ ਨੂੰ ਮੰਨਦਾ, ਨਾ ਖਾਲਿਸਤਾਨੀ ਅਸੂਲਾਂ ਨੂੰ ਮੰਨਦਾ। ਖਾਲਿਸਤਾਨੀ ਅਸੂਲ ਜਾਂ ਖਾਲਸਾਈ ਅਸੂਲ ਜਾਂ ਸਿੱਖ ਧਰਮ ਦਾ ਅਸੂਲ ਹੈ ਕਿ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਜਿਹੜੀ ਉਹ ਹੈਗੀ ਆ, ਤੁਹਾਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈਗੀ ਹੈ। ਤੁਸੀਂ ਕਿਸੇ ਵੀ ਵਿਅਕਤੀ ਜਾਂ ਕਿਸੇ ਧਿਰ ਦੇ ਨਾਲ ਅਸਹਿਮਤ ਹੋਣ ਦਾ ਹੱਕ ਰੱਖਦੇ। ਸੋ ਜਿਹੜੇ ਲੋਕ ਇਹ ਮੰਨ ਕੇ ਕਮਲ ਕੁੱਟਦੇ ਆ ਕਿ ਜੀ ਸਾਡੇ ਧਿਰ ਦੇ ਗੁਣ ਗਾਈ ਚੱਲੋ, ਸਾਨੂੰ ਕੋਈ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਆਲੋਚਨਾ ਦੀ ਲੋੜ ਨਹੀਂ, ਉਹ ਅਸਲ ਵਿੱਚ ਉਸ ਬੰਦੇ ਦੇ, ਉਸ ਧਿਰ ਦੇ ਦੁਸ਼ਮਣ ਹੁੰਦੇ। ਜੇਕਰ ਮੇਰੇ 'ਚ ਕਮੀਆਂ ਨੇ, ਮੇਰੇ 'ਚ ਔਗਣ ਨੇ, ਮੈਨੂੰ ਮੇਰੇ ਜਿਹੜੇ ਸਿਆਣੇ ਸਮਰਥਕ ਹੋਣਗੇ ਉਹ ਰੋਕਣਗੇ, ਟੋਕਣਗੇ, ਸਮਝਾਉਣਗੇ ਤਾਂ ਕਿ ਮੈਂ ਹੋਰ ਨਿਖਰ ਜਾਵਾਂ, ਤਾਂ ਕਿ ਮੇਰੀ ਸ਼ਖਸੀਅਤ ਵਿੱਚੋਂ ਔਗਣ ਘਟ ਜਾਣ। ਜਿਹੜਾ ਮੇਰਾ ਬੁਰਾ ਸੋਚਦਾ ਉਹ ਉਹਨਾਂ ਲੋਕਾਂ ਨੂੰ ਗਾਲਾਂ ਕੱਢੂਗਾ ਜਿਹੜੇ ਮੇਰਾ ਸੁਧਾਰ ਕਰ ਰਹੇ ਨੇ, ਉਹਨਾਂ ਲੋਕਾਂ ਨੂੰ ਮਾੜਾ ਬੋਲ ਕੇ ਚੁੱਪ ਕਰਾਊਗਾ, ਜਿਹਦੇ ਨਾਲ ਮੇਰੇ 'ਚ ਹੋਰ ਔਗਣ ਵਧੀ ਜਾਣਗੇ ਤੇ ਅਖੀਰ ਮੇਰਾ ਜਲੂਸ ਨਿਕਲੂਗਾ। ਸੋ ਇਹੋ ਜਿਹੇ ਕਮਲੇ ਸਮਰਥਕ ਇਸ ਮੌਕੇ ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਭੇਡ ਵਿਰਤੀ ਵਾਲੇ ਉਹ ਬਹੁਤ ਜ਼ਿਆਦਾ ਹਰ ਧਿਰ ਦੇ ਖਿਲਾਫ ਇੱਕ ਤਰੀਕੇ ਨਾਲ ਕੰਮ ਕਰਦੇ ਆ ਤੇ ਇਹਨਾਂ ਲੋਕਾਂ ਕਰਕੇ ਪੰਜਾਬ ਦੀ ਜਾਂ ਪੰਥ ਦੀ ਸੰਘਰਸ਼ ਦੀ ਜਿਹੜੀ ਦੁਰਗਤੀ ਹੈ ਉਹ ਹੋ ਰਹੀ ਹੈ। ਸਾਡੀਆਂ ਸਾਰੀਆਂ ਧਿਰਾਂ ਦੇ ਵਿੱਚ ਇੱਕ ਸੁਚੱਜਾ ਤਾਲਮੇਲ ਬਣਿਆ ਰਹਿ ਸਕਦਾ ਜੇਕਰ ਇਹ ਬਿਰਤੀ ਜਿਹੜੀ ਆ ਨਾ ਹੋਵੇ, ਜਿਨ੍ਹਾਂ ਦਾ ਇੱਕ ਨਕਾਤੀ ਪ੍ਰੋਗਰਾਮ ਕੀ ਹੁੰਦਾ, ਅਸੀਂ ਆਪਦੀ ਧਿਰ ਦੇ, ਆਪਦੇ ਲੀਡਰ ਦੇ ਵਫਾਦਾਰ, ਇਹ ਵਫਾਦਾਰੀ ਨਹੀਂ ਹੁੰਦੀ। ਇਹ ਬੜੀ ਮਾੜੀ ਬਿਰਤੀ ਆ। ਇਹਦੇ ਕਰਕੇ ਤੁਸੀਂ, ਸਾਨੂੰ ਗੁਰੂ ਸਾਹਿਬ ਨੇ ਤਾਂ ਇਸ ਗੱਲ ਦੇ ਉਲਟ ਮੱਤ ਦਿੱਤੀ ਹੈ, ਬੰਦੇ ਦਾ ਬੰਦਾ ਹੋਣ ਤੋਂ ਰੋਕਿਆ, ਸਿਧਾਂਤ ਦੇ, ਅਸੂਲ ਦੇ ਸਾਨੂੰ ਧਾਰਨੀ ਬਣਾਇਆ। ਜਿਹੜੀ ਗੱਲ ਮੰਨ ਲਓ ਮੈਂ ਮੰਨ ਲਓ ਦਲ ਖਾਲਸਾ ਨਾਲ ਆ ਜਾਂ ਭਾਈ ਦਲਜੀਤ ਸਿੰਘ ਨਾਲ, ਜੇਕਰ ਉਹਨਾਂ ਦੀ ਕੋਈ ਗੱਲ ਮੈਨੂੰ ਪਸੰਦ ਨਹੀਂ, ਜਿਹੜੀ ਸਿਧਾਂਤਕ ਤੌਰ ਤੇ ਵੀ ਗਲਤ ਆ, ਜੇ ਮੈਂ ਉਹਨਾਂ ਦੀ ਉਸ ਗੱਲ ਕਰਕੇ ਵੀ ਉਹਨਾਂ ਦੇ ਹੱਕ 'ਚ ਹੀ ਖੜਿਆ ਰਵਾਂ ਤਾਂ ਮੇਰੇ ਵਰਗਾ ਮਾੜਾ ਬੰਦਾ ਕੌਣ ਹੈ? ਇਹ ਕੋਈ ਵਫਾਦਾਰੀ ਥੋੜੀ ਆ ਵੀ ਤੂੰ ਗਲਤ ਆ ਤਾਂ ਵੀ ਤੇਰੇ ਨਾਲ, ਜੇ ਤੂੰ ਸਹੀ ਆ ਤਾਂ ਵੀ ਤੇਰੇ ਨਾਲ। ਸੋ ਇਸ ਮਾਹੌਲ ਦੇ ਵਿੱਚ ਇਹ ਚਰਚਾ ਮੈਂ ਇਸ ਕਰਕੇ ਕਰ ਰਿਹਾ ਕਿ ਜੇਕਰ ਇਸ ਦੌਰ ਵਿੱਚ ਭਾਈ ਅਮਰਤਪਾਲ ਸਿੰਘ ਦੇ ਉੱਤੇ ਸਟੇਟ ਦਾ ਸਾਰਾ ਚੱਲ ਰਿਹਾ ਚੱਕਰ ਤੇ ਜਿੱਡੀ ਵੱਡੀ ਹਮਾਇਤ ਉਹਨਾਂ ਨੂੰ ਮਿਲ ਸਕਦੀ ਸੀ, ਜੇ ਉਹ ਨਹੀਂ ਮਿਲੀ ਤਾਂ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਇਹ ਸਾਰੀਆਂ ਗੱਲਾਂ ਉਸ ਸੰਦਰਭ ਵਿੱਚ ਬਹੁਤ ਅਰਥ ਰੱਖਦੀਆਂ। ਜਦੋਂ ਬੀਤੇ ਦੌਰ ਤੇ ਨਜ਼ਰ ਮਾਰਦੇ ਹਾਂ, ਅਸੀਂ ਉਹ ਦਿਨ ਦੇਖੇ ਨੇ ਕਿ ਕਿਸੇ ਪਿੰਡ ਦਾ ਪਤਾ ਲੱਗਣਾ ਕਿ ਮੁੰਡਾ ਚੱਕ ਲਿਆ ਪੁਲਿਸ, ਤਾਂ ਉਸ ਪਿੰਡ ਦੇ ਸਾਰੇ ਪਿੰਡ ਦੇ ਲੋਕ ਜਿਹੜੇ ਨੇ ਉਹ ਸਾਰੇ ਦੇ ਸਾਰੇ ਉਸ ਥਾਣੇ ਦਾ ਘਰਾਓ ਕਰਦੇ ਸੀ ਜਿੱਥੋਂ ਬੰਦਾ ਫੜ ਕੇ ਲਿਆਂਦਾ ਹੁੰਦਾ ਸੀ, ਮੁੰਡਾ ਫੜਿਆ ਹੁੰਦਾ। ਉਸ ਦੌਰ ਵਿੱਚ ਦੂਜੇ ਪਿੰਡਾਂ ਦੇ ਵੀ ਲੋਕ ਜਿਹੜੇ ਆ ਇਕੱਠੇ ਹੋ ਕੇ ਥਾਣਿਆਂ ਨੂੰ ਘੇਰ ਲੈਂਦੇ ਸੀ। ਆਪਸ ਵਿੱਚ ਹੀ ਜੇ ਦੋ ਪਰਿਵਾਰਾਂ ਦਾ ਸ਼ਰੀਕਾ ਹੈ, ਆਪਸ ਵਿੱਚ ਹੀ ਰੌਲਾ ਹੈ, ਤਾਂ ਵੀ ਇਸ ਮੌਕੇ ਕਿ ਸਟੇਟ ਨੇ ਮੁੰਡਾ ਚੱਕ ਲਿਆ, ਇਸ ਮੌਕੇ ਸਾਰੀ ਗੱਲ ਪਿੱਛੇ ਛੱਡ ਕੇ ਲੋਕ ਜਿਹੜੇ ਸੀ ਉਹ ਲੜਦੇ ਰਹੇ। ਸਟੇਟ ਨਾਲ ਲੜਨ ਮੌਕੇ ਇਕੱਠੇ, ਆਪਸ ਵਿੱਚ ਹੀ ਜਿਹੜੇ ਮਸਲੇ ਆ ਉਹ
ਉਹ ਆਪਦੀ ਥਾਂ ਤੇ ਰਹੇ। ਅੱਜ ਉਹੋ ਜਿਹਾ ਮਾਹੌਲ ਜੇ ਨਹੀਂ ਹੈ, ਜੇ ਘੱਟ ਹੈ, ਜੇ ਤਸੱਲੀ ਨਹੀਂ ਹੈ, ਜਿਹੜੇ ਸੱਜਣ ਇਹ ਕਹਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਸਮੁੱਚੇ ਸਿੱਖ ਜਗਤ ਨੂੰ ਐ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਤਾਂ ਉਹ ਬੰਦੇ ਆਪਦੀ ਪੀੜ੍ਹੀ ਹੇਠਾਂ ਸੋਟਾ ਫੇਰਨ ਕਿ ਏਦਾਂ ਕਿਉਂ ਨਹੀਂ ਹੈ। ਉਹਨਾਂ ਨੂੰ ਚਰਚਾ ਕਰਨੀ ਚਾਹੀਦੀ ਆ ਵੀ ਕਿਉਂ ਨਹੀਂ। ਇਹ ਕਹਿ ਕੇ ਨਹੀਂ ਸਰਨਾ ਕਿ ਜਿਹੜੇ ਬੋਲਦੇ ਨਹੀਂ ਹੈਗੇ, ਜਿਹੜੇ ਸਾਥ ਨਹੀਂ ਦਿੰਦੇ, ਉਹ ਬਕਾਊ ਨੇ, ਉਹ ਸਰਕਾਰ ਨਾਲ ਰਲ ਗਏ, ਉਹ ਗਦਾਰ ਨੇ, ਉਹ ਟਾਊਟ ਨੇ, ਉਹ ਕੈਟ ਨੇ। ਇਹਨਾਂ ਗੱਲਾਂ ਨਾਲ ਵੀ ਹਕੀਕਤ ਪਛਾਣ ਕੇ ਫੇਰ ਕੋਈ ਗੱਲ ਬਣਨੀ ਹੈ। ਤੇ ਇਸ ਗੱਲ ਨੇ ਜਿੰਨਾ ਨੁਕਸਾਨ ਹੋਣਾ ਆਪਣਾ ਕਰਵਾਤਾ ਪਹਿਲਾਂ, ਉਹਨੂੰ ਜੇ ਰੋਕਣਾ ਤਾਂ ਇਸ ਮੌਕੇ ਜਦੋਂ ਜਾਗੋ ਉਦੋਂ ਹੀ ਸਵੇਰਾ। ਜੇ ਹੁਣੀ ਸੰਭਲ ਜਾਈਏ, ਜੇ ਹੁਣੀ ਅਕਲ ਲੈ ਲਈਏ, ਤਾਂ ਅੱਗੇ ਭਵਿੱਖ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ। ਹੁਣ ਕੀ ਆ ਇਸ ਮੌਕੇ ਕਿ ਹਰੇਕ ਜਥੇਬੰਦੀ ਨੇ, ਹਰੇਕ ਆਗੂ ਨੇ ਇੱਕ ਬੜਾ ਸੋਹਣਾ ਜਿਹਾ ਰਾਹ ਲੱਭ ਲਿਆ ਕਿ ਐਵੇਂ ਸੋਸ਼ਲ ਮੀਡੀਆ ਤੇ ਗਾਲਾਂ ਕੱਢਣਗੇ, ਇੱਕ ਬਿਆਨ ਦੇ ਕੇ ਡੰਗ ਸਾਰ ਦੋ। ਇਹ ਜਿਹੜਾ ਡੰਗ ਸਾਰਨ ਵਾਲੇ ਬਿਆਨ ਨੇ, ਇਹ ਉਸ ਵਰਗ ਦਾ ਮੂੰਹ ਚੁੱਪ ਕਰਾਉਣ ਲਈ ਦਿੱਤੇ ਜਾਂਦੇ ਨੇ, ਜਿਹੜੇ ਅੰਨੇ ਸਮਰਥਕ ਨੇ, ਜਿਨ੍ਹਾਂ ਨੂੰ ਕੋਈ ਲੌਜਿਕ, ਕੋਈ ਤਰਕ ਨਹੀਂ ਹੈ। ਅਗਲਾ ਕਹਿੰਦਾ ਯਾਰ ਇਹਨਾਂ ਤੋਂ ਬਚੋ, ਕੀ ਇਹਦੇ ਨਾਲ ਕੌਮ ਦਾ ਕੁਛ ਸਮਰ ਜੂ ਕਿ ਬਣ ਜੂ। ਇਹ ਤਾਂ ਹੋਰ ਵਿਗੜਨ ਵਾਲੀ ਗੱਲ। ਉਹ ਜੇਕਰ ਇਹੋ ਜਿਹੇ ਦੌਰ ਵਿੱਚ ਵੀ ਜਦੋਂ ਆਪਾਂ ਨੂੰ ਸਾਰਿਆਂ ਨੂੰ ਇਕਜੁੱਟਤਾ ਤੇ ਇਕਮੁੱਠਤਾ ਦੀ ਲੋੜ ਆ, ਜਦੋਂ ਭਾਰਤੀ ਮੁੱਖ ਧਾਰਾ ਨੂੰ ਸਮਰਪਿਤ ਜਿਹੜੇ ਲੋਕ ਨੇ ਉਹ ਆਪਣੇ ਕਦਮ ਦੁਬਾਰਾ ਪੰਥਕ ਸਫਾ ਦੇ ਵਿੱਚ ਜਮਾਉਣ ਦੇ ਲਈ ਸਿਆਸੀ ਤਿਕੜਮਬਾਜ਼ੀਆਂ ਕਰ ਰਹੇ ਨੇ, ਜਦੋਂ ਸਿਸਟਮ ਜਿਹੜਾ ਹੈ ਸਿੱਖ ਨੌਜਵਾਨਾਂ ਤੇ ਕਹਿਰ ਢਾ ਰਿਹਾ, ਜੇ ਇਸ ਮੌਕੇ ਵੀ ਕੋਈ ਇਹੋ ਜਿਹੀ ਗੱਲ ਨਹੀਂ ਬਣ ਰਹੀ, ਸਿੱਖ ਜਥੇਬੰਦੀਆਂ ਬਿਆਨ ਦੇ ਕੇ ਡੰਗ ਸਾਰਦੀਆਂ ਨੇ। ਉਹਨਾਂ ਨੂੰ ਬਿਆਨ ਦੇ ਕੇ ਡੰਗ ਸਾਰਨ ਤੱਕ ਲੈ ਕੇ ਕਿਹਨੇ ਆਉਂਦਾ? ਕੋਈ ਬਿਆਨ ਦੇ ਕੇ ਜੀ ਡੰਗ ਜਾ ਸਾਰ। ਇਹ ਬਹੁਤ ਮਾੜੇ ਹਾਲਾਤ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਪੁਲਿਸ ਜੱਜ ਚਲੇ ਜਾਂਦੀ ਆ, ਜਿਨ੍ਹਾਂ ਦੇ ਮੁੰਡੇ ਚੱਕੇ ਜਾਂਦੇ ਆ, ਉਹ ਵਿਚਾਰੇ ਇਹ ਨਹੀਂ ਜਾਣਦੇ ਹੁੰਦੇ ਕਿ ਜੀ ਇਹ ਕੀ ਚੱਕਰ ਆ। ਉਹ ਤਾਂ ਕਹਿੰਦੇ ਆ ਵੀ ਫਲਾਨਾ ਸਾਡੇ ਨੇੜੇ ਆ, ਉਹ ਕਿਉਂ ਨਹੀਂ ਆਇਆ, ਸਾਡੇ ਘਰੇ ਕਿਉਂ ਨਹੀਂ ਬੋਲਿਆ। ਤੇ ਉਹ ਜਿਹੜਾ ਲੀਡਰ ਹੁੰਦਾ ਉਹ ਕਹਿੰਦਾ ਮੈਂ ਕੀ ਕਰਾਂ, ਮੇਰੀ ਤਾਂ ਇਹ ਨਿੱਤ ਜਖਣਾ ਪੱਟਦੇ ਨੇ, ਮੈਂ ਕਰਾਂ ਕੀ ਤੁਹਾਡੇ ਲਈ। ਤੇ ਤੁਹਾਡਾ ਮੁੰਡਾ ਵੀ ਨਾਲ ਹੀ ਹੁੰਦਾ ਜਦੋਂ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਗੰਦ ਬਕਦੇ। ਇਸ ਸੋਸ਼ਲ ਮੀਡੀਆ ਦੇ ਦੌਰ ਦੀਆਂ ਸਮੱਸਿਆਵਾਂ ਦੇ ਉੱਤੇ ਗੱਲ ਕਰਨ ਵਾਲਿਆਂ ਨੂੰ ਜੇ ਅਸੀਂ ਸੱਚ ਬੋਲਦੇ ਹਾਂ, ਸਾਨੂੰ ਕਿਹੜਾ ਬਖਸ਼ਦੇ ਆ ਟਾਰਗੇਟ ਕਰਨ ਲਈ। ਇਹੋ ਜਿਹਾ ਹੈ ਲੋਕਾਂ ਨੇ ਜਿਹੜਾ ਗਰਕ ਕੀਤਾ ਪਿਆ ਜੀ, ਅੱਗੇ ਵੀ ਕਰਨਗੇ। ਜੇਕਰ ਕਿਸੇ ਨੂੰ ਗੱਲ ਦੀ ਸਪਸ਼ਟਤਾ ਨਾਲ ਸਮਝ ਲੱਗ ਜਾਵੇ ਕਿ ਕਿਹਾ ਕੀ ਜਾ ਰਿਹਾ ਤਾਂ ਹੋਰ ਗੱਲ ਆ, ਨਹੀਂ ਤਾਂ ਆਪਦੇ ਕੋਲੋਂ ਹੀ ਮਨਮਰਜ਼ੀ ਦੇ ਅਰਥ ਕੱਢ ਕੇ ਵੀ ਆਹ ਦੇਖੋ ਜੀ ਆਹ ਕਹਿਤਾ, ਉਹ ਕਹਿਤਾ, ਕੀ ਕਰੋਗੇ ਇਹਨਾਂ ਲੋਕ। ਖੈਰ, ਇਸ ਗੱਲ ਨੂੰ ਛੱਡ ਕੇ ਅਗਲਾ ਜਿਹੜਾ ਮਸਲਾ ਉਹ ਹੈਗਾ ਵੀ ਢੱਡਰੀਆਂ ਵਾਲੇ ਨੂੰ ਸੁਨੇਹਾ ਲਾਇਆ ਗੜਗੱਜ ਸਾਹਿਬ ਨੇ, ਜਿਹੜੇ ਕਿ ਬਾਦਲ ਦਲ ਵੱਲੋਂ ਜਦੋਂ ਜਥੇਦਾਰ ਥਾਪੇ ਗਏ ਸੀ ਉਦੋਂ ਸੰਪਰਦਾਵਾਂ ਨੇ, ਬਾਬੇ ਧੁੰਮੇ ਹੋਣਾ ਨੇ ਵਿਰੋਧ ਕੀਤਾ ਤੇ ਉਸ ਵਿਰੋਧ ਦੇ ਚੱਲਦਿਆਂ ਬੜਾ ਕੁਝ ਵਾਪਰਿਆ ਤੇ ਗੜਗੱਜ ਸਾਹਿਬ ਆਪਦੀ ਮਾਨਤਾ ਹਾਸਲ ਕਰਨ ਲਈ ਕਈ ਤਿਕੜਮਬਾਜ਼ੀਆਂ ਕਰ ਰਹੇ ਨੇ। ਉਹਨਾਂ ਵਿੱਚੋਂ ਇੱਕ ਉਹਨਾਂ ਨੇ ਮੀਟਿੰਗ ਵੀ ਰੱਖੀ ਆ 2 ਮਈ ਨੂੰ ਕਿ ਫਿਲਮਾਂ ਵਾਲੇ ਜਿਹੜੇ ਨੇ ਉਹ ਸਿੱਖ ਇਤਿਹਾਸ ਬਾਰੇ, ਸਿੱਖ ਧਰਮ ਬਾਰੇ, ਉਹਨਾਂ ਬਾਰੇ ਕਹਿੰਦੇ ਕੋਈ ਠੋਸ ਫੈਸਲਾ ਲੈਣਾ। ਹੁਣ ਮੈਂ ਇੱਕ ਗੱਲ ਜਿਹੜੀ ਆ ਇਸ ਮਸਲੇ ਤੇ ਪਹਿਲੋਂ ਕਰ ਲਵਾਂ। ਮੈਂ ਜਿਹੜੀ ਆ ਟ੍ਰਿਬਿਊਨ ਦੀ ਖਬਰ ਆ ਉਹ 'ਚ ਲਿਖਿਆ ਹੈ, ਤਾਂ ਉਹਨਾਂ ਦਾ ਆਪਦੇ ਹੀ ਪ੍ਰੈਸ ਨੋਟ ਹੋਣਾ ਜਿਹੜਾ ਭੇਜਿਆ, ਇਹਨੇ ਤਾਂ ਛਪਿਆ ਨਹੀਂ। ਜਥੇਦਾਰ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਕ ਮੈਂਬਰਾਂ, ਪੁਰਾਤਨ ਸਿੱਖ ਯੋਧਿਆਂ, ਸ਼ਹੀਦਾਂ ਅਤੇ ਸਿੱਖ ਇਤਿਹਾਸ ਦੇ ਵਿਭਿੰਨ ਪਹਿਲੂਆਂ ਤੇ ਬਣਦੀਆਂ ਫਿਲਮਾਂ, ਐਨੀਮੇਸ਼ਨ ਫਿਲਮਾਂ ਦੇ ਮਾਮਲਿਆਂ ਬਾਰੇ 2 ਮਈ ਨੂੰ ਇਹ ਮਤਲਬ ਇਕੱਠ ਹੋ, ਜਦੋਂ ਕਿ 1930 ਤੋਂ 40 ਦੇ ਵਿਚਾਲੇ ਸਾਡੀ ਕੌਮ ਇਹਦੇ ਬਾਰੇ ਨਿਰਣਾ ਕਰ ਚੁੱਕੀ ਹੋਈ ਹੈ। ਜਦੋਂ ਨਾਨਕ ਸ਼ਾਹ ਫਕੀਰ ਦਾ ਰੌਲਾ ਪਿਆ ਜਾਂ ਹੋਰ ਫਿਲਮਾਂ ਦੇ ਵਿਵਾਦ ਉੱਠੇ, ਉਹ ਜਿਹੜਾ ਉਸ ਮੌਕੇ ਦਾ ਸਾਡਾ ਫੈਸਲਾ ਉਹ ਦਿਖਾ ਕੇ ਅਸੀਂ ਆਪਦੀ ਲੜਾਈ ਨੂੰ ਮਜ਼ਬੂਤੀ ਨਾਲ ਪੱਖ ਪੇਸ਼ ਕੀਤਾ ਕਿ ਭਾਈ ਸਾਡੇ ਧਰਮ ਦਾ ਫੈਸਲਾ ਹੋਇਆ ਕਿ ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਕ ਮੈਂਬਰ,
ਸਾਡੇ ਸ਼ਹੀਦ ਤੇ ਫਲਾਣੇ ਫਲਾਣੇ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਨਾਲ ਫਿਲਮ ਜਾਂ ਨਾਟਕ ਦੇ ਰੂਪ 'ਚ ਨਾ ਦਿਖਾਵੇ। ਹੁਣ ਗੜਗੱਜ ਸਾਹਿਬ ਨੇ ਨਵੇਂ ਸਿਰਿਓਂ ਕੀ ਸੱਪ ਕੱਢਣਾ ਜੀ। ਹੁਣ ਤਾਂ ਇਹ ਗੱਲ ਆ ਕਿ ਜੋ ਕਿ ਇਹੋ ਜਿਹੀ ਹਰਕਤ ਕਰੇ, ਜਿਹੜਾ ਸਾਡੇ ਸ਼ਹੀਦਾਂ ਨੂੰ ਜਾਂ ਗੁਰੂ ਸਾਹਿਬਾਨ ਨੂੰ ਜਿਹੜਾ ਉਦੋਂ ਦਾ ਹੁਕਮ ਸਾਡਾ ਫੈਸਲਾ ਹੋਇਆ ਉਹਦਾ ਜਿਹੜਾ ਉਲੰਘਣਾ ਕਰੇ ਉਹਦੇ ਖਿਲਾਫ ਕਾਰਵਾਈ ਕਰੀਏ ਪੰਥ ਵੱਲੋਂ। ਹੁਣ ਤਾਂ ਇਹ ਦੌਰ ਆ, ਹੁਣ ਦੁਬਾਰਾ ਕਿਹੜਾ ਡਿਸੀਜਨ ਲੈਣਾ ਜੀ। ਤੇ ਜਿਹਨੂੰ ਅੱਜ ਵੀ ਇਹ ਪਤਾ ਨਹੀਂ, ਉਹਨੂੰ ਆ ਪਿਛਲੇ ਦੌਰ ਦਾ ਪਤਾ ਨਹੀਂ, ਜਦੋਂ ਜੋ ਬੋਲੇ ਸਿਉਹਾਲ ਫਿਲਮ ਵੇਲੇ ਸਿੱਖਾਂ ਨੇ ਵਿਰੋਧ ਕੀਤਾ, ਜਾਂ ਨਾਨਕ ਸ਼ਾਹ ਫਕੀਰ ਮੌਕੇ ਵਿਰੋਧ ਕੀਤਾ, ਜਾਂ ਹੋਰ ਫਿਲਮਾਂ ਦੇ ਮੌਕੇ ਵਿਰੋਧ ਕੀਤਾ, ਉਦੋਂ ਅੱਜ ਦੀ ਦੁਨੀਆ 'ਚ ਹਰੇਕ ਸਿੱਖ ਕੋਲੇ ਸੋਸ਼ਲ ਮੀਡੀਆ ਦਾ ਅਕਾਊਂਟ ਆ ਤੇ ਸੋਸ਼ਲ ਮੀਡੀਆ ਉੱਤੇ ਲੱਖਾਂ ਪੋਸਟਾਂ ਪਈਆਂ ਕਿ ਕਿਉਂ ਸਿੱਖ ਵਿਰੋਧ ਕਰਦੇ। ਜਿਹੜੇ ਢੀਠ ਹੁੰਦੇ ਆ, ਜਿਹੜੇ ਮਾੜੀ ਬਿਰਤੀ ਵਾਲੇ ਹੁੰਦੇ ਆ, ਉਹ ਦੇਖ ਕੇ ਵੀ ਨਹੀਂ ਮੰਨਦੇ ਹੁੰਦੇ ਵੀ ਸਾਨੂੰ ਤਾਂ ਜੀ ਪਤਾ। ਪਰ ਇਹ ਫੈਸਲਾ ਤਾਂ ਬਹੁਤ ਪੁਰਾਣਾ ਸਾਡੀ ਕੌਮ ਦਾ ਹੋਇਆ। ਤੋ ਇਹ ਜਿਹੜੀ ਗੱਲ ਜਥੇਦਾਰ ਗੜਗੱਜ ਸਾਹਿਬ ਨੇ ਛੇੜੀ ਆ, ਪਤਾ ਨਹੀਂ ਕੀ ਕਿੱਥੋਂ ਸੱਪ ਕੱਢ ਲਿਆਂਦਾ। ਅਸਲ ਵਿੱਚ ਤਾਂ ਇੱਕ ਇਹੋ ਜਿਹਾ ਕੰਟਰੋਵਰਸ਼ਲ ਮਸਲਾ ਹੈ ਜਿਹਦੇ ਉੱਤੇ ਲੋਕ ਇਸ ਮੌਕੇ ਸੱਦੇ ਜਾ ਸਕਦੇ ਆ ਵੀ ਸਿੱਖ ਵਿਦਵਾਨ ਆਏ ਜੀ, ਉਹਨਾਂ ਨੇ ਜਥੇਦਾਰ ਨੂੰ ਮਾਨਤਾ ਦੇ ਦਿੱਤੀ। ਇਹ ਮਾਨਤਾ ਲੈਣ ਦੇ ਚੱਕਰਾਂ ਦੇ ਵਿੱਚ ਗੱਲਾਂ ਨੇ। ਇੱਕ ਗੱਲ ਨਵਾਂ ਉਹਨਾਂ ਨੇ ਐਲਾਨ ਕੀਤਾ ਵੀ ਢੱਡਰੀਆਂ ਵਾਲੇ ਸਮੇਤ ਜਿੰਨੇ ਵੀ ਹੋਰ ਇਹੋ ਜਿਹੇ ਮਸਲੇ ਨੇ ਉਹਨਾਂ ਦਾ ਕੁਛ ਕਰਨਾ। ਜਿਹੜੀ ਇਹ ਗੱਲ ਆ ਢੱਡਰੀਆਂ ਵਾਲੇ ਦੀ, ਇਹਦੇ ਬਾਰੇ ਪਹਿਲਾਂ ਜਦੋਂ ਉਹਨੂੰ ਸੱਦਾ ਪੱਤਰ ਭੇਜਿਆ ਵੀ ਤੂੰ ਆ, ਤੇਰੀਆਂ ਆਹ ਗੜਬੜਾਂ ਨੇ, ਤੂੰ ਆਉਂਦਾ ਨਹੀਂ, ਫਿਰ ਉਹ ਆਇਆ ਨਹੀਂ, ਫਿਰ ਉਹ ਇੱਕ ਕਮੇਟੀ ਬਣਾਈ। ਡਾਕਟਰ ਅਮਰਜੀਤ ਸਿੰਘ ਸਿੱਖ ਵਿਦਵਾਨ ਨੇ, ਜਿਨ੍ਹਾਂ ਨੇ ਵਾਹਵਾ ਪੰਥਕ ਸਫਾਂ ਦੇ ਵਿੱਚ ਕਿਤਾਬਾਂ ਵੀ ਲਿਖੀਆਂ ਨੇ, ਯੂਨੀਵਰਸਿਟੀ ਇੱਥੇ ਆਉਂਦੇ ਆ, ਉਹਨਾਂ ਸਮੇਤ ਬਹੁਤ ਸਾਰੇ ਹੋਰ ਜਿਹੜੇ ਮੈਂਬਰ ਸੀ, ਜਿਹਨੂੰ ਮਰਜ਼ੀ ਪੁੱਛ ਲਓ, ਔਰ ਮੀਡੀਆ 'ਚ ਇਹ ਗੱਲ ਜ਼ਮੀਨ 'ਚ ਆ ਕੇ ਢੱਡਰੀਆਂ ਵਾਲੇ ਨੂੰ ਜੋ ਸਾਡੀ ਰਵਾਇਤ ਆ ਉਹਦੇ ਅਨੁਸਾਰ ਇੱਥੇ ਸੁਨੇਹਾ ਭੇਜ ਕੇ ਬੁਲਾਉਣ ਦੇ ਵਿਚਾਰ ਆਪਦਾ ਗੱਲ ਰੱਖਣ ਲਈ। ਪਰ ਉਹ ਢੱਡਰੀਆਂ ਵਾਲਾ ਤਾਂ ਉਹਨਾਂ ਦਿਨਾਂ 'ਚ ਕਹਿੰਦਾ ਸੀ ਇਹ ਮੈਂ ਨਹੀਂ ਆਉਂਦਾ ਜੀ, ਮੇਰੀ ਗੱਲ ਨਹੀਂ ਸੁਣਦੀ। ਚਲੋ ਹੁਣ ਜਿਹੜਾ ਢੱਡੀਆਂ ਵਾਲੇ ਨੂੰ ਸੁਨੇਹਾ ਦਿੱਤਾ, ਸੱਦਾ ਦਿੱਤਾ, ਹੋਰਾਂ ਨੂੰ ਵੀ ਕਿਹਾ, ਇਹ ਗੱਲ ਮੈਂ ਪਿਛਲੇ ਦਿਨੀ ਲਿਖੀ ਸੀ, ਕਹੀ ਸੀ ਇੱਥੇ ਵੀ ਪਰਮਜੀਤ ਸਿੰਘ ਸਰਨਾ ਜਿਹੜਾ ਹੈ ਉਹ ਉਦੋਂ ਸੰਪਰਦਾਵਾਂ ਦੇ ਉਲਟ ਜਦੋਂ ਬਾਦਲ ਧੜੇ ਨਾਲ ਉਹਦੀ ਵਿਗੜੀ ਹੋਈ ਸੀ, ਦਿੱਲੀ ਕਮੇਟੀ ਵਾਲੀ ਸਟੇਜ ਉਹਨਾਂ ਨੂੰ ਦਿੰਦਾ ਸੀ, ਉਦੋਂ ਹੀ ਗੜਗੱਜ ਸਾਹਿਬ ਉੱਥੇ ਸੈੱਟ ਹੋਏ ਨੇ ਸਰਨੇ ਨਾਲ। ਤੇ ਉਸ ਦੌਰ ਤੋਂ ਇੱਕ ਪੋਲਰਾਈਜੇਸ਼ਨ ਹੋਈ ਕਿ ਸਰਨੇ ਹੋਣੀ ਆ ਜਿਹੜੇ ਉਹ ਹੈਗੇ ਆ ਮਿਸ਼ਨਰੀ ਧਾਰਾ ਵਾਲਿਆਂ ਨਾਲ ਖੜੇ, ਜਿਨ੍ਹਾਂ ਨੂੰ ਬਾਦਲ ਧੜਾ ਇਥੋਂ ਤਿਰਸਕਾਰਦਾ ਹੈ, ਤੇ ਜਿਨ੍ਹਾਂ ਨੂੰ ਬਾਦਲ ਧੜਾ ਇੱਥੇ ਸਤਿਕਾਰਦਾ ਹੈ, ਸੰਪਰਦਾਵਾਂ ਨਾਨਕਸਰੀਏ ਤੇ ਆਹ ਸਾਰੇ ਬਾਬੇ ਧੁੰਮੇ ਵਗੈਰਾ ਹੋਣ, ਇਹਨਾਂ ਨੂੰ ਦਿੱਲੀ ਵਾਲੀ ਸਟੇਜ ਜਿਹੜੀ ਆ ਉਹ ਨਹੀਂ ਮਿਲ ਰਹੀ। ਇਸ ਤਰੀਕੇ ਨਾਲ ਜਿਹੜੀ ਪੋਲਰਾਈਜੇਸ਼ਨ ਧਰੁਵੀਕਰਨ ਹੋਇਆ ਸੀ ਉਹ ਹੁਣ ਬਦਲ ਚੁੱਕਿਆ। ਹੁਣ ਬਾਬੇ ਧੁੰਮੇ ਹੋਣੀ, ਨਾਨਕਸਰੀਏ ਤੇ ਹੋਰ ਸਾਰਿਆਂ ਨੂੰ ਇੱਕ ਤਰੀਕੇ ਨਾਲ ਬਾਬੇ ਬਾਦਲ ਵਾਲੀ ਧਿਰ ਨੇ ਟੱਕਰਤਾ। ਬਾਦਲ ਨੇ ਕਿਹਾ ਸੀ ਨਾ ਪ੍ਰਦੀਪ ਕਲੇਰ ਨੂੰ, ਸੁਖਬੀਰ ਬਾਦਲ ਨੇ, ਕਿ ਜਿਵੇਂ ਤੁਹਾਡੀਆਂ ਧਿਰਾਂ ਦਾ ਸਰਸੇ ਵਾਲਾ ਬਾਬਾ ਉਵੇਂ ਮੈਂ ਬਾਬਾ। ਤੋਂ ਬਾਬੇ ਸੁਖਬੀਰ ਬਾਦਲ ਨੇ ਜਦੋਂ ਤਿੜੰਗ ਫੜੰਗ ਕੀਤਾ ਹੋਇਆ ਕੰਮ, ਹੁਣ ਗੜਗੱਜ ਦੇ ਰਾਹੀਂ ਧੁੰਮੇ ਹੋਣਾ ਨੂੰ ਸੁਨੇਹਾ ਦਿੱਤਾ ਜਾ ਰਿਹਾ। ਇਹ ਦੇਖੋ ਅਕਾਲ ਤਖਤ ਸਾਹਿਬ ਦੀ ਸੰਸਥਾ ਨੂੰ, ਜਥੇਦਾਰ ਦੀ ਪੋਸਟ ਨੂੰ ਕਿਵੇਂ ਵਰਤਿਆ ਕਿਵੇਂ ਜਾ ਰਿਹਾ। ਵੈਸੇ ਮੈਂ ਨਿੱਜੀ ਤੌਰ ਤੇ ਉਹਨਾਂ ਸਾਰਿਆਂ ਦੇ ਹੱਕ 'ਚ ਆ ਜਿਹੜੇ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦਿੰਦੇ ਦਬਾਉਂਦੇ, ਪਰ ਜਿਹੜੇ ਲੋਕ ਕੱਚੀ ਬਾਣੀ ਜਾਂ ਆਪੋ ਆਪਣੀ ਮਰਿਆਦਾ ਜਾਂ ਹੋਰ ਗੜਬੜਾਂ ਵਾਲੇ ਆ, ਆਪਾਂ ਉਹਨਾਂ ਦੇ ਹੱਕ 'ਚ ਨਹੀਂ ਹੈਗੇ। ਪਰ ਜਿਸ ਤਰੀਕੇ ਨਾਲ ਇਸ ਮੌਕੇ ਸਿਆਸੀ ਤੌਰ ਦੇ ਉੱਤੇ ਫੈਸਲੇ ਕੀਤੇ ਜਾ ਰਹੇ ਨੇ, ਇਹ ਧੁੰਮੇ ਹੋਣਾ ਨੂੰ ਦਵੋ ਅਕਲ। ਇਹ ਇੰਨਾ ਟਾਈਮ ਬਾਦਲ ਧਿਰ ਨਾਲ ਰਲ ਕੇ ਨਜ਼ਾਰੇ ਲੈਂਦੇ ਰਹੇ ਆ, ਆਪਦੀ ਮਰਜ਼ੀ ਦੇ ਫੈਸਲੇ ਕਰਾਉਂਦੇ ਰਹੇ ਆ, ਤੇ ਜੇ ਇਹ ਸੂਤ ਨਹੀਂ ਆਉਂਦੇ, ਇਹ ਕਹਿੰਦੇ ਅਸੀਂ ਬੀਜੇਪੀ ਨਾਲ ਚੱਲੇ ਆ, ਲਓ ਫਿਰ ਆਪਾਂ ਉਹਨਾਂ ਨੂੰ ਲਿਆਉਂਦੇ ਆ ਜਿਨ੍ਹਾਂ ਨਾਲ ਬਾਬੇ ਧੁੰਮੇ ਹੋਣਾ ਦੀ ਬਣਦੀ। ਲਓ ਜੀ, ਉਹਨਾਂ ਨੇ ਫਿਰ ਢੱਡੀਆਂ ਵਾਲਾ ਲੈ ਆਂਦਾ। ਗੜਗੱਜ ਸਾਹਿਬ ਦੇ ਸੁਨੇਹੇ ਦੀ ਆਹ ਵਾ ਕਹਾਣੀ। ਤੇ ਨਾਲ ਦੀ ਨਾਲ ਜਿਹੜੇ ਹੋਰ ਨੇ, ਮੈਂ ਉਸ ਦਿਨ ਹੀ ਇਹ ਗੱਲ ਕਹਿਤੀ ਸੀ ਕਿ ਸਰਨੇ ਹੋਣਾ ਦੇ ਰਾਹੀਂ ਜਿਹੜੇ ਹੋਰ ਨੇ, ਲੇਕੀ ਨਿਊਜ਼ੀਲੈਂਡ ਤੱਕਰ, ਘੱਗੇ ਹੋਣਾ ਤੱਕਰ, ਜਾਂ ਇਹੋ ਜਿਹੇ ਹੋਰ ਸਾਰਿਆਂ ਤੱਕਰ ਜਿਨ੍ਹਾਂ ਨਾਲ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵਰਤ ਕੇ
ਉਸ ਮੌਕੇ ਬਾਦਲ ਧਿਰ ਨੇ, ਧੁੰਮੇ ਹੁਣਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਨੂੰ ਵਰਤਿਆ ਤੇ ਇਹਨਾਂ ਦੇ ਖਿਲਾਫ ਫੈਸਲੇ ਕਰਵਾਏ। ਤੇ ਹੁਣ ਦੂਜੀ ਧਿਰ ਜਿਹੜੀ ਹੈਗੀ ਆ ਉਹ ਮੈਦਾਨ ਚ ਆ ਗਈ। ਡਰ ਇਹ ਨਹੀਂ ਹੈ, ਖਤਰਾ ਇਹ ਨਹੀਂ ਹੈ ਕਿ ਇਹ ਕਾਹਤੋਂ ਆ ਗਏ। ਖਦਸ਼ਾ ਇਹ ਆ ਕਿ ਸਿਆਸੀ ਭਲਵਾਨ ਹੁਣ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਨੂੰ ਵਰਤ ਰਹੇ। ਜਿਹੜਾ ਕੋਈ ਬੰਦਾ ਅਕਾਲ ਤਖਤ ਸਾਹਿਬ ਦੀ ਪੋਸਟ ਦਾ ਸਤਿਕਾਰ ਕਰਦਾ ਹੈ, ਉਹ ਇਸ ਕਰਕੇ ਕਰਦਾ ਨਾ ਕਿ ਜੀ ਇਹ ਨਿਰਪੱਖਤਾ ਦਾ ਸਾਡੀ ਸਭ ਤੋਂ ਵੱਡੀ ਉਹਦੇ ਸੀਟ ਆ ਸਾਡੀ। ਜੇ ਉਤੋਂ ਇਸ ਤਰੀਕੇ ਨਾਲ ਸਿਆਸੀ ਤੌਰ ਤੇ, ਕਿਉਂਕਿ ਜੇਕਰ ਬਾਦਲ ਕਿਆ ਨਾਲ ਧੁੰਮੇ ਹੁਣਾਂ ਦੀ ਧਿਰ, ਨਾਨਕਸਰੀਆਂ ਵਾਲੀ ਧਿਰ ਸੂਤ ਰਹਿੰਦੀ, ਫੇਰ ਥੋੜੀ ਢੱਡਰੀਆਂ ਵਾਲੇ ਨੂੰ ਸੁਨੇਹੇ ਲਾਉਣੇ ਸੀ। ਤੇ ਢੱਡਰੀਆਂ ਵਾਲੇ ਨੂੰ ਸੁਨੇਹੇ ਜਿਹੜੇ ਲਾਏ ਜਾ ਰਹੇ ਨੇ, ਜਿਹੜਾ ਪ੍ਰਚਾਰ ਪਿਛਲੇ ਸਮੇਂ 'ਚ ਢੱਡਰੀਆਂ ਵਾਲਾ ਕਰਨ ਲੱਗ ਪਿਆ ਸੀ, ਉਹ ਤਾਂ ਕਈ ਜਿਹੜੇ ਆਹ ਅਪਗ੍ਰੇਡ ਹੁੰਦੇ ਆ, ਉਹਨਾਂ ਨੂੰ ਨਹੀਂ ਸੀ ਵਾਰਾ ਖਾਂਦਾ ਜਿਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਸੀ। ਲੋਕ ਜਿਹੜੇ ਸੀ ਉਹਦੀਆਂ ਬਹੁਤ ਸਾਰੀਆਂ ਵਿਚਾਰਾਂ ਤੋਂ ਬਹੁਤ ਬੁਰੀ ਤਰ੍ਹਾਂ ਦੁਖੀ ਹੋਏ। ਉਹਨੇ ਕੋਈ ਪਰਵਾਹ ਨਹੀਂ ਕੀਤੀ, ਕਿਉਂਕਿ ਉਹ ਤਾਂ ਕਹਿੰਦਾ ਸੀ ਆਪਾਂ ਤਾਂ ਜਾਂਦੇ ਨਹੀਂ, ਜੇ ਅਕਾਲ ਤਖਤ ਤੇ ਤੁਹਾਡੀ ਚੱਲਦੀ, ਅਸੀਂ ਤੁਹਾਡੇ ਕੋਲ ਆਉਣਾ ਹੀ ਨਹੀਂ। ਹੁਣ ਕੀ ਆ, ਹੁਣ ਉਹਨੇ ਅਮਰੀਕਾ ਨੂੰ ਚੜ੍ਹਨਾ ਸੀ ਜਹਾਜ਼, ਤੇ ਪਹਿਲਾਂ ਦਿੱਲੀ ਬਹਿ ਕੇ ਕਿਤੇ ਇੱਕ ਵੀਡੀਓ ਬਣਾ ਕੇ ਪਾਈ ਆ, ਜਿਹੜੀ ਗੱਲ ਬੜੀ ਧਿਆਨ ਮੰਗਦੀ। ਇੱਕ ਪਾਸੇ ਤਾਂ ਅਕਾਲ ਤਖਤ ਸਾਹਿਬ ਦੇ ਚੰਗਾ ਜਾਂ ਮਾੜਾ, ਜਾਂ ਵਰਤੋਂ ਹੋਈ ਜਾਂ ਦੁਰਵਰਤੋਂ ਹੋਈ, ਉਸ ਹਿਸਾਬ ਨਾਲ ਤਾਂ ਜਿਹੜਾ ਰਾਹ ਬਣਦਾ ਉਹ ਇਹ ਬਣਦਾ ਕਿ ਢੱਡਰੀਆਂ ਵਾਲਾ ਇੱਕ ਲੈਟਰ ਅਕਾਲ ਤਖਤ ਸਾਹਿਬ ਨੂੰ, ਚਿੱਠੀ ਖਤ ਲੈ ਕੇ ਆਪਦੀ ਜੂਦੜੀ ਕਰਦਾ ਚੰਗਾ ਲੱਗਦਾ ਸੀ ਕਿ ਜੀ ਮੈਂ ਇਸ ਮਸਲੇ ਉੱਤੇ ਮੇਰੇ ਤੇ ਆਹ ਵਾ ਤੇ ਮੈਨੂੰ ਦੱਸੋ। ਉਹ ਫਿਰ ਇੱਥੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਉਹਨੂੰ ਸੱਦਿਆ ਜਾਣਾ ਸੀ, ਉਹਨੇ ਆਪਦਾ ਪੱਖ ਰੱਖਣਾ ਸੀ, ਫਿਰ ਉਹਦੇ ਉੱਤੇ ਡਿਸਕਸ਼ਨ ਕਰਕੇ ਜੋ ਵੀ ਸਟੱਡੀ, ਜਿਹੜੀ ਰਵਾਇਤ ਇਹ ਆ, ਰਵਾਇਤ ਢੱਡਰੀਆਂ ਵਾਲੇ ਲਈ ਰਵਾਇਤ ਦੀ ਪਾਲਣਾ ਕਰਨ ਦੀ ਬਜਾਏ ਉਹਨੂੰ ਸੱਦਾ ਦਿੱਤਾ ਗਿਆ। ਇਹਦੇ ਤੋਂ ਪਹਿਲਾਂ ਇੱਕ ਘਟਨਾ ਵਾਪਰੀ ਸੀ ਪਿਛਲੇ ਦਿਨੀ, ਤੁਸੀਂ ਦੇਖਿਆ ਹੋਣਾ ਕਿ ਉਹ ਢੱਡਰੀਆਂ ਵਾਲਾ ਜਿਹੜਾ ਬੀਤੇ ਦੌਰ ਵਿੱਚ ਬਹੁਤਾ ਜ਼ਿਆਦਾ ਮਾਝੇ ਦੇ ਵਿੱਚ ਨਹੀਂ ਆਇਆ, ਦੁਆਬੇ 'ਚ ਨਹੀਂ ਆਇਆ, ਹੁਣ ਉਹਦੇ ਦੀਵਾਨ ਪ੍ਰੋਗਰਾਮ ਜੇ ਕੁਛ ਹੋਏ ਨੇ, ਇੱਥੇ ਬੀਬੀ ਜਗੀਰ ਕੌਰ ਦਾ ਵੀ ਸੁਣਿਆ ਆਪਾਂ ਵੀ ਹੋ ਗਈ। ਇਹ ਜਿਹੜੀ ਸਾਰੀ ਪ੍ਰਕਰਮਾ ਜੀ, ਇਹ ਸਾਰੀ ਗੱਲਬਾਤ ਜੀ ਇਹ ਚੱਲ ਰਹੀ, ਇਹਦੇ ਵਿੱਚ ਇਹ ਵੀ ਲੱਗਦਾ ਵੀ ਜਿਹੜੇ ਉਸ ਸਾਧ ਬਾਬੇ ਜਿਨ੍ਹਾਂ ਨਾਲ ਪਿਛਲੇ ਦਿਨਾਂ 'ਚ ਤਾਂ ਢੱਡਰੀਆਂ ਦੀ ਬਣਦੀ ਨਹੀਂ ਸੀ, ਉਹ ਨਾਨਕਸਰੀਏ ਹੋਣ ਜਾਂ ਕੁਛ ਹੋਰ ਹੋਣ, ਉਹਨਾਂ ਨਾਲ ਵੀ ਢੱਡਰੀਆਂ ਵਾਲੇ ਨੇ ਤਾਲਮੇਲ ਜਿਹਾ ਬਣਾਇਆ ਜਾਂ ਉਹਨਾਂ ਨੇ ਬਣਾਇਆ। ਸੋ ਜਿਹੜੇ ਲੋਕ ਸੰਤ ਸਮਾਜ ਦੇ ਵਿੱਚ ਬਾਬੇ ਧੁੰਮੇ ਨਾਲ ਹੁਣ ਤੱਕ ਸੀ, ਉਹ ਹੁਣ ਸੰਤ ਸਮਾਜ ਦੇ ਵਿੱਚੋਂ ਢੱਡਰੀਆਂ ਵਾਲੇ ਨਾਲ ਜੁੜ ਕੇ ਪਹਿਲਾ ਮਾਹੌਲ ਸਿਰਜਿਆ ਕਿ ਅਸੀਂ ਉਧਰੋਂ ਆਹ ਕਰਾਉਂਦੇ ਆ ਅਕਾਲ ਤਖਤ ਤੋਂ, ਤੂੰ ਆਹ ਕਹਿ ਦੀ। ਇਹ ਕੀ ਹੈ ਜੀ? ਨਾ ਤਾਂ ਅਸੀਂ ਇਹ ਚਾਹੁੰਦੇ ਆ ਵੀ ਇਹ ਢੱਡਰੀਆਂ ਵਾਲੇ ਦਾ ਪੰਥ 'ਚ ਦੁਬਾਰਾ ਉਹੋ ਜਿਹਾ ਦਰਜਾ ਨਾ ਬਣੇ ਜਿਹੋ ਜਿਹਾ ਕਿਸੇ ਟਾਈਮ ਰਿਹਾ, ਨਾ ਅਸੀਂ ਇਹ ਕਹਿੰਦੇ ਆ ਕਿ ਗੜਗੱਜ ਸਾਹਿਬ ਜਥੇਦਾਰ ਦੇ ਤੌਰ ਤੇ ਕਾਮਯਾਬ ਨਾ ਹੋ। ਅਸੀਂ ਤਾਂ ਇਹ ਕਹਿੰਦੇ ਆ ਕਿ ਇਹ ਜਿਹੜੀਆਂ ਚਾਲਾਂ ਜੀਆਂ ਚੱਲੀਆਂ ਜਾ ਰਹੀਆਂ ਨੇ, ਇਹ ਕੀ ਚੀਜ਼ ਹੈ ਜੀ? ਇਹੀ ਸਭ ਕੁਝ ਪਹਿਲਾਂ ਹੁੰਦਾ ਰਿਹਾ। ਉਦੋਂ ਇੱਕ ਧਿਰ ਆਪਦੇ ਮਫਾਦਾਂ ਲਈ ਅਕਾਲ ਤਖਤ ਸਾਹਿਬ ਨੂੰ ਵਰਤ ਰਹੀ ਸੀ, ਹੁਣ ਦੂਜੀ ਧਿਰ ਵਰਤ ਰਹੀ ਆ, ਹੁਣ ਦੂਜੀ ਧਿਰ ਨੂੰ ਪਲੇਟਫਾਰਮ ਦਿੱਤਾ ਜਾਣਾ। ਖੈਰ, ਜਿਹੜਾ ਢੱਡਰੀਆਂ ਵਾਲੇ ਨੇ ਦਿੱਲੀ ਬਹਿ ਕੇ ਉਹ ਕਿਹਾ, ਉਹਦੇ ਵਿੱਚ ਇਹ ਕਿਹਾ ਕਿ ਜੀ ਆਪਾਂ ਬੈਠਾਂਗੇ, ਮਿਲਾਂਗੇ। ਭਾਈ ਤੈਨੂੰ ਬਰਾਬਰ ਬਹਿ ਕੇ ਜਥੇਦਾਰ ਦੇ ਉਸ ਤਰੀਕੇ ਦਾ ਜਿਹੜਾ ਮਾਹੌਲ ਆ ਉਹ ਨਹੀਂ ਮਿਲ ਸਕਦਾ। ਉਹ ਟ੍ਰੀਟਮੈਂਟ ਥੋੜੀ ਹੋਣੀ ਹੈ, ਤੈਨੂੰ ਵਿਚਾਰ ਚਰਚਾ ਲਈ ਥੋੜੀ ਸੱਦਿਆ ਜਾਣਾ। ਤੇਰੇ ਉਸ ਦੌਰ ਦੇ ਜਿਹੜੇ ਦੋਸ਼ ਨੇ, ਉਹਨਾਂ ਦੋਸ਼ਾਂ ਦੇ ਆਧਾਰ ਤੇ ਜਿਹੜਾ ਲਾਟੈਸਟ ਫੈਸਲਾ ਤੇਰੇ ਬਾਰੇ ਆਇਆ ਹੋਇਆ, ਉਹਦੇ ਅਨੁਸਾਰ ਤੇਰੇ ਉੱਤੇ ਇੱਕ ਜਿਹੜਾ ਰਵਾਇਤ ਆ, ਰਵਾਇਤ ਦੀ ਪਾਲਣਾ ਹੋਣੀ। ਸੋ ਜਿਹੜੇ ਭਰਾਵਾਂ ਨੂੰ ਇਹ ਲੱਗਦਾ ਕਿ ਲਓ ਜੀ ਹੁਣ ਢੱਡਰੀਆਂ ਵਾਲੇ ਨੇ ਉੱਥੇ ਆ ਜਾਣਾ, ਤੇ ਇਧਰ ਗੜਗੱਜ ਸਾਹਿਬ ਕਹਿੰਦੇ ਆ ਧਰਮ ਪ੍ਰਚਾਰ ਦੀ ਲਹਿਰ ਤੇਜ਼ ਕਰਨ ਸਿੱਖ ਜਥੇਬੰਦੀਆਂ, ਤੇ ਢੱਡਰੀਆਂ ਵਾਲਾ ਕਹਿੰਦਾ ਜੀ ਹਾਂ ਜੀ ਈਸਾਈਆਂ ਦਾ ਬਹੁਤ ਵੱਧ ਗਿਆ ਤੇ ਮੈਂ ਆਉਣਾ ਜੀ। ਮਤਲਬ ਇਹ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਢੱਡਰੀਆਂ ਵਾਲੇ ਤੋਂ ਬਗੈਰ ਗੱਲ ਨਹੀਂ ਬਣਦੀ। ਇਹ ਤਾਂ ਉਹੋ ਜਿਹੀ ਗੱਲ ਹੋ ਗਈ ਜਿਵੇਂ ਕਹੀਏ ਕਿ ਪੰਥ ਤੇਰਾ ਮਥਾਜ। ਭਾਈ ਜਦੋਂ ਆਪਾਂ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਸਾਡੇ ਇਤਿਹਾਸ ਵਿੱਚ ਇਹ ਨਹੀਂ ਹੈਗਾ
कि पंथ फलाने का मथाज आ, वो तो बगैर गति नहीं होगी। असल में की है कि वोट पॉलिटिक्स के तहत फिर अकाल तख्त साहिब के अहदे की जथेदार की पोस्ट की वरतों दुरवरतों शुरू हो गई है। गड़गੱਜ साहब आपका आधार वकार बनाने लई फैसले कदम उहो जिहे लै रहे ने जिन्हां नाल लोग कहणगे लो जी इन्हें बड़ा वधिया करता, जोड़ रहा लोगों नूं जिन्हां दे बारे माड़े फैसले होए सी। ठीक आ, जेकर किसी दे नाल उस दौर विच गड़बड़ हुई है तां भी रवायत की पालना जरूरी है। मान लो अज असीं जथेदार गड़गੱਜ की किसी गल दे करके उहदे ਉਹ ਸਾਨੂੰ अकाल तख्त ते सद लेंदे आ, सानू चलो 6 ही दिंदे आ, ਤਾਂ ਵੀ ਜਦੋਂ ਕਿਤੇ ਦੁਬਾਰਾ ਮਾਹੌਲ ਬਣੇ ਤਾਂ ਜਿਹੜੀ ਰਵਾਇਤ ਆ ਜਿਹੜੀ ਸਾਡੀ ਪਰੰਪਰਾ ਆ ਵੀ ਕਿਵੇਂ ਹੁੰਦਾ ਵਾ ਬਾਅਦ ਚ ਉਹ ਤਾਂ ਸਾਡੀ ਪੂਰੀ ਅਸੀਂ ਪਾਲਣਾ ਕਰੀਏ ਨਾ। ਇਹ ਥੋੜੀ ਆ ਕਿ ਹੁਣ ਸਾਡਾ ਬੰਦਾ ਆ ਗਿਆ ਅਸੀਂ ਫੱਟੇ ਚੱਕ ਦੇਾਂਗੇ। ਤੋ ਜਿਹੜਾ ਇਹ ਜਥੇਦਾਰ ਗੜਗੱਜ ਵਾਲਾ ਸਿਸਟਮ ਆ ਇਹਦੇ ਉੱਤੇ ਧਾਮੀ ਸਾਹਿਬ ਦੀ ਨਾਰਾਜ਼ਗੀ ਦੀ ਵੀ ਸਾਰੇ ਪਾਸੇ ਚਰਚਾ ਛਿੜੀ ਹੋਈ ਆ ਕਿ ਉਹ ਇਹ ਸਮਝਦੇ ਆ ਕਿ ਇਹ ਫੱਟੇ ਚੱਕੀ ਜਾਂਦੇ ਆ ਤੇ ਗੜਬੜ ਕਰ ਰਹੇ। ਖੈਰ ਇੱਕ ਜਿਹੜਾ ਮੁੱਦਾ ਹੈ ਉਹ ਕਰਕੇ ਆਪਾਂ ਸਮਾਪਤੀ ਵੱਲ ਨੂੰ ਜਾਣਾ, ਉਹ ਇਹ ਆ ਕਿ ਇਸ ਵਾਰ ਥਾਂ ਥਾਂ ਦੇ ਉੱਤੇ ਅੱਗਾਂ ਲੱਗ ਰਹੀਆਂ ਨੇ, ਕਣਕ ਸੜ ਰਹੀ ਹੈ ਤੇ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਪਰਿਵਾਰ ਨੇ ਜਿਨ੍ਹਾਂ ਦਾ ਸਾਰਾ ਦਾਰੋ ਮਦਾਰ ਇਸ ਕਣਕ ਦੇ ਉੱਤੇ ਹੁੰਦਾ ਉਹ ਬੜੇ ਦੁਖੀ ਨੇ। ਉਹਨਾਂ ਦੀਆਂ ਵੀਡੀਓਜ਼ ਦੇਖ ਕੇ ਸੋਸ਼ਲ ਮੀਡੀਆ ਤੇ ਬੜਾ ਰੋਣ ਆਉਂਦਾ, ਦੁੱਖ ਲੱਗਦਾ। ਤੇ ਇਸ ਮਾਹੌਲ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ, ਕਿਉਂਕਿ ਜਿਹੜਾ ਸਰਕਾਰ ਉਹਨੇ ਜੋ ਕਰਨਾ ਵੱਖਰਾ ਉਹ ਇੱਕ ਅਲੱਗ ਚੱਕਰ, ਪਰ ਸ਼੍ਰੋਮਣੀ ਕਮੇਟੀ ਸਾਡੀ ਜਿਹੜੀ ਹੈ ਉਹਦਾ ਇੱਕ ਫਰਜ਼ ਬਣਦਾ ਇਸ ਮੌਕੇ। ਉਹ ਫਰਜ਼ ਇਸ ਕਰਕੇ ਬਣਦਾ, ਪਹਿਲਾਂ ਆਪਾਂ ਉਧਰ ਨੂੰ ਚੱਲੀਏ ਕਿ ਆਪਾਂ ਨੂੰ ਪਤਾ ਕਿ ਜਦੋਂ ਕਣਕ ਦੀ ਰੁੱਤ ਆਉਂਦੀ ਹੈ ਉਦੋਂ ਕਿਸਾਨ ਭਾਈਚਾਰਾ ਜਿਵੇਂ ਦਸਵੰਧ ਕੱਢੀ ਦਾ ਨਾ, ਏਦਾਂ ਗੁਰੂ ਘਰ ਲਈ ਪੰਥ ਲਈ ਕਣਕ ਦਾ ਹਿੱਸਾ ਕੱਢਦਾ। ਤੇ ਇਹ ਜੇਕਰ ਅੱਜ ਜਿਹੜੇ ਪਰਿਵਾਰ ਨੇ ਇੰਨੇ ਸਾਲਾਂ ਤੋਂ ਪੰਥ ਨੂੰ ਕਣਕ ਦੇ ਰੂਪ 'ਚ ਜਾਂ ਕਿਸੇ ਰੂਪ 'ਚ ਦਸਵੰਧ ਦਿੱਤੇ, ਇਹ ਗੁਰੂ ਦੀ ਗੋਲਕ ਦੇ ਵਿੱਚ ਉਹਨਾਂ ਨੇ ਯੋਗਦਾਨ ਪਾਇਆ, ਤਾਂ ਅੱਜ ਗੁਰੂ ਦੀ ਗੋਲਕ ਆ ਜਿਹੜੀ ਉਹਨਾਂ ਲਈ ਵੀ ਖੁੱਲ੍ਹ ਜਾਣੀ ਚਾਹੀਦੀ। ਕਿਸਾਨ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਇਸ ਮੌਕੇ ਬਹੁਤ ਬੁਰਾ ਲੱਗ ਰਿਹਾ ਜਦੋਂ ਆਪਾਂ ਕਿਸੇ ਦੀ ਧੀ ਰੋਂਦੀ ਦੇਖਦੇ ਹਾਂ ਕਿ 2 ਹੀ ਕਿੱਲੇ ਸੀਗੇ, ਕੋਈ ਕਹਿੰਦਾ ਜੀ 5 ਕਿੱਲੇ ਸੀਗੇ ਜੀ, ਕੋਈ ਕਹਿੰਦਾ ਮੈਂ ਠੇਕੇ ਤੇ ਲਈ ਸੀ, ਮੇਰੇ ਤੋਂ ਠੇਕਾ ਵੀ ਨਹੀਂ ਪੂਰਾ ਦਿਓ। ਇਹ ਸਾਰਾ ਕੁਝ ਜਿਹੜਾ ਦੇਖ ਕੇ ਹੁਣ ਭਾਰਤੀ ਸਟੇਟ ਸਿਸਟਮ ਤੋਂ ਤਾਂ ਕੋਈ ਮਤਲਬ ਵੱਖਰੀ ਕਹਾਣੀ ਹੈ, ਪਰ ਸਾਡਾ ਕੌਮ ਦਾ ਸਿਸਟਮ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਾ, ਇੱਥੋਂ ਜ਼ਰੂਰ ਹੋਣਾ ਚਾਹੀਦਾ। ਉਹ ਚਾਹੇ ਇੱਕ ਟੋਕਨ ਰੂਪ ਦੇ ਵਿੱਚ ਹੀ ਹੋਵੇ, ਪਰ ਉਹਦਾ ਇੱਕ ਕੌਮ ਦੇ ਵਿੱਚ ਅਹਿਸਾਸ ਜਾਂਦਾ ਕਿ ਸਾਡੀ ਕੌਮ ਸਾਡੇ ਨਾਲ ਖੜੀ ਹੈ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਬੰਧਕੀ ਤੌਰ ਦੇ ਉੱਤੇ ਇਹ ਸੋਚ ਆ ਜਾਵੇ ਨਾ ਕਿ ਅਸੀਂ ਹਰ ਸਿੱਖ ਨੂੰ ਇਹ ਜਤਾਉਣਾ ਕਿ ਪੰਥ ਤੇਰੇ ਨਾਲ ਖੜਾ, ਕੌਮ ਤੇਰੇ ਨਾਲ ਹੈ, ਤਾਂ ਬਹੁਤ ਸਾਰੇ ਮਸਲੇ ਜਿਹੜੇ ਨੇ ਉਹ ਵਿਗੜ ਨਹੀਂ ਸਕਦੇ। ਜਿਵੇਂ ਜਿਹੜੇ ਲੋਕ ਈਸਾਈ ਬਣ ਰਹੇ ਨੇ ਪੰਜਾਬ 'ਚ, ਉਹ ਕਹਿੰਦੇ ਆ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਸਾਨੂੰ ਕਿਸੇ ਨੇ ਅਹਿਸਾਸ ਹੀ ਨਹੀਂ ਕਰਾਇਆ ਕਿ ਪੰਥ ਤੇਰੇ ਨਾਲ ਆ ਜਾਂ ਪੰਥ ਨੂੰ ਕੌਮ ਨੂੰ ਤੇਰਾ ਕੋਈ ਫਿਕਰ ਆ। ਤੇ ਇਸ ਤਰੀਕੇ ਨਾਲ ਜੇਕਰ ਸਾਡੀ ਸਭ ਤੋਂ ਜਿਹੜੀਆਂ ਸਰਮੌਰ ਸੰਸਥਾਵਾਂ ਨੇ ਉਹ ਜੇ ਜਤਾਉਣ ਬਹਿ ਜਾਣ ਕਿ ਪੰਥ ਤੇਰੇ ਨਾਲ ਆ, ਕੌਮ ਤੇਰੇ ਨਾਲ ਆ। ਜਦੋਂ ਗਿਆਨੀ ਰਘਵੀਰ ਸਿੰਘ ਨੇ ਤਲਵਿੰਦਰ ਸਿੰਘ ਬੁੱਟਰ ਨਾਮੀ ਨੌਜਵਾਨ ਨੂੰ ਆਪਦਾ ਨਾਲ ਰੱਖਿਆ ਸੀਗਾ ਤੇ ਉਹਦਾ ਮੇਰੇ ਨਾਲ ਸੰਪਰਕ ਸੀਗਾ, ਹੁਣ ਵੀ ਹੈ, ਉਹਨੇ ਇੱਕ ਵਾਰੀ ਕੁਛ ਸੁਝਾਅ ਪੁੱਛੇ ਸੀ ਵੀ ਸਾਨੂੰ ਜੀ ਤੁਸੀਂ ਦੱਸ ਦਿਆ ਕਰੋ ਜਿਹੜੇ ਸ਼ਹੀਦੀ ਦਿਹਾੜੇ ਆਉਂਦੇ ਹੁੰਦੇ ਆ ਜਾਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਲੈਵਲ ਦੇ ਕੁਝ ਬਿਆਨ ਹੋਣ, ਕੋਈ ਕੰਮ ਹੋਵੇ ਉਹ ਅਸੀਂ ਕਰ ਲਿਆ ਕਰਾਂਗੇ। ਤੇ ਮੈਂ ਉਦੋਂ ਉਹਨਾਂ ਦਿਨਾਂ 'ਚ ਇਹ ਗੱਲ ਉਹਨਾਂ ਨੂੰ ਸੁਨੇਹਾ ਲਾਇਆ ਸੀ ਵੀ ਪੂਰੇ ਸੰਸਾਰ ਦੇ ਵਿੱਚ ਜਦੋਂ ਵੀ ਕੋਈ ਸਿੱਖ ਵਧੀਆ ਕਾਰਜ ਕਰਦਾ, ਕਿਸੇ ਨੇ ਖੇਡਾਂ 'ਚ ਮਨ ਮਾਰ ਲਈ, ਕਿਸੇ ਨੇ ਕਿਸੇ ਹੋਰ ਫੀਲਡ 'ਚ ਨਾਂ ਚਮਕਾ ਲਿਆ, ਇਹ ਨਾ ਸੋਚੋ ਕਿ ਉਹ ਕੀ ਕਰਦਾ ਜਾਂ ਕੀ ਖਾਂਦਾ ਜਾਂ ਕੀ ਕਰਦਾ, ਉਹਦੇ ਨੁਕਸ ਘਾਟਾ ਛੱਡੋ। ਜਿਹੜਾ ਸਿੱਖ ਹੋਣ ਦਾ ਦਾਅਵਾ ਕਰਦਾ ਤੇ ਕਹਿੰਦਾ ਕਿ ਜੀ ਆਹ ਦੇਖੋ ਜਿਹਦੇ ਤੇ ਦੁਨੀਆ ਭਰ ਦੇ ਚਰਚਾ ਹੋ, ਤੁਸੀਂ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ਦੇ ਉੱਤੇ ਉਹਨੂੰ ਇੱਕ ਸ਼ਲਾਘਾ ਪੱਤਰ ਵੀ, ਸਾਨੂੰ ਬਹੁਤ ਮਾਣ ਆ ਸਾਡੀ ਕੌਮ ਨੂੰ ਕਿ ਤੂੰ ਸਾਡੀ ਕੌਮ ਦਾ ਮਾਣ ਵਧਾਇਆ, ਤੂੰ ਸਿੱਖ ਬੱਚਾ, ਤੂੰ ਏਦਾਂ ਕੀਤਾ, ਏਦਾਂ ਦੇ ਕੁਛ ਉਹਨੂੰ ਮੈਂ ਉਸ ਟਾਈਮ ਅਸੀਂ ਸੁਝਾਅ ਦਿੱਤੇ ਸੀ। ਉਹ ਅੱਜ ਵੀ ਇਹਨਾਂ ਚੀਜ਼ਾਂ ਦੀ ਲੋੜ ਆ ਸਾਰੀ ਕੌਮ ਨੂੰ
ਜਿਹੜੇ ਇਸ ਮੌਕੇ ਬਾਹਰੋਂ ਖਤਰੇ ਦਰਪੇਸ਼ ਨੇ ਉਹਨਾਂ ਦੇ ਲਈ ਲਾਮਬੰਦ ਕਰਨ ਦੇ ਲਈ ਸਾਡੇ ਕੋਲੇ ਜਿਹੜੀ ਸੰਸਥਾ ਅਕਾਲ ਤਖਤ ਸਾਹਿਬ ਦੀ ਆ, ਸ਼੍ਰੋਮਣੀ ਕਮੇਟੀ ਦੀ ਆ, ਇਹਨਾਂ ਤੋਂ ਹਰ ਸਿੱਖ ਨੂੰ ਸਤਿਕਾਰ, ਪਿਆਰ, ਏਕਤਾ ਦਾ ਜਿਹੜਾ ਸੁਨੇਹਾ ਉਹ ਮਿਲਣਾ ਚਾਹੀਦਾ, ਤਾਂ ਕਿ ਅਸੀਂ ਖਾਲਸਾ ਪੰਥ ਦੇ, ਜਿਵੇਂ ਕਹਿੰਦੇ ਆ ਨਾ ਵੀ ਮੋਤੀਆਂ ਦੇ ਜਿਹੜਾ ਹਾਰ ਹੁੰਦਾ ਉਹਦੇ ਚ ਹਰੇਕ ਬੰਦਾ ਆਪਦੇ ਆਪ ਨੂੰ ਮੋਤੀ ਬਰਾਬਰ ਦਾ ਸਮਝੇ। ਅਸੀਂ ਸਾਰੇ ਸਤਿਕਾਰ ਪਿਆਰ ਦੇ ਨਾਲ ਖਾਲਸੇ ਸਜੀਏ, ਖਾਲਿਸਤਾਨ ਵੱਲ ਨੂੰ ਵਧੀਏ, ਤਾਂ ਕਿ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਖਾਲਿਸਤਾਨ ਦਾ ਝੰਡਾ ਵੀ ਝੂਲ ਸਕੇ। ਸੋ ਇੱਥੇ ਸਮਾਪਤੀ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।